ਕਿ ਕਿਸਾਨਾਂ ਦੇ ਪੁੱਤਰਾਂ ਨੂੰ, ਕਿਸਾਨਾਂ ਦੀਆਂ ਧੀਆਂ ਨੂੰ ਹੁਣ ਸਿਆਸਤ ਆਪਣੇ ਹੱਥ ਵਿੱਚ ਲੈ ਲੈਣੀ ਚਾਹੀਦੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਦਾ ਅੰਸ ਤੇ ਬੰਸ ਦਾ ਪੁੱਤਰ ਤੇ ਧੀ ਜਿਹੜੀ ਹੁਣ ਲੋਕ ਜਮਹੂਰੀਅਤ ਨੂੰ ਜਿਉਂਦਾ ਕਰਦੀ ਪਈ ਹੈ, ਉਹ ਇਸ ਲੋਕ ਜਮਹੂਰੀਅਤ ਰਾਹੀਂ ਕਿੰਗ ਬਣੇ। ਜਿਸ ਵੇਲੇ ਦਾਸ ਨੇ 3 ਸਤੰਬਰ 1990 ਨੂੰ ਭਾਰਤ ਦੀ ਸੰਸਦ ਵਿੱਚੋਂ ਖਾਲਿਸਤਾਨ ਪ੍ਰਵਾਨ ਕਰਵਾਇਆ ਤਾਂ ਉਸ ਵੇਲੇ ਬਹੁਤ ਕੁਝ ਦਾਸ ਤੇ ਦੂਸ਼ਣ ਲਾਏ ਗਏ। ਦੂਸ਼ਣ ਲਾਉਣ ਵਾਲੇ ਆਹੀ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਧੜਾ, ਇਹਨਾਂ ਸਾਰਿਆਂ ਲੋਕਾਂ ਨੇ ਉਸ ਵੇਲੇ ਕਿਹਾ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਵੋਟ ਦੀ ਸ਼ਕਤੀ ਨਾਲ ਕਦੇ ਵੀ ਖਾਲਿਸਤਾਨ ਨਹੀਂ ਬਣ ਸਕਦਾ। ਇੰਦਰਪਾਲ ਸਿੰਘ ਸਿੱਖ ਕੌਮ ਨੂੰ ਤੇ ਖਾੜਕੂਆਂ ਨੂੰ ਗੁੰਮਰਾਹ ਕਰ ਰਿਹਾ। ਅੱਜ ਉਹੀ ਸਾਰੀਆਂ ਤਾਕਤਾਂ ਕਹਿਣ ਲੱਗ ਗਈਆਂ ਹਨ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਚਾਹੁੰਦੇ ਹਾਂ, ਅਸੀਂ ਵੋਟਾਂ ਰਾਹੀਂ ਚਾਹੁੰਦੇ ਹਾਂ। ਪਰ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਨੇ ਵੀ ਖਾਲਿਸਤਾਨ ਲਈ ਵੋਟਾਂ ਨਹੀਂ ਮੰਗੀਆਂ ਹਨ। ਮੈਂ ਬੜੀ ਵਾਰੀ ਪ੍ਰਮਾਣਿਤ ਕਰ ਚੁੱਕਾ ਹਾਂ। ਪਰ ਹੁਣ ਮੇਰੇ ਰਾਹ ਨੂੰ ਇਹਨਾਂ ਨੇ ਗਲਤ ਦੱਸਿਆ ਸੀ, ਮੈਨੂੰ ਗੱਦਾਰ ਕਿਹਾ ਸੀ ਕਿ ਕੌਮ ਲਈ ਝੂਠ ਬੋਲ ਰਿਹਾ, ਖਾੜਕੂਆਂ ਨੂੰ ਕੁਰਾਹੇ ਪਾ ਰਿਹਾ। ਹੁਣ ਆਪ ਉਸੇ ਰਾਹ ਤੇ ਚੱਲ ਪਏ ਨੇ, ਤੇ ਮਤਲਬ ਹੁਣ ਕੀ ਹੈ, ਆਪ ਕੁਰਾਹੇ ਪੈ ਗਏ ਨੇ। ਸਮੁੱਚੇ ਖਾੜਕੂ ਜਥੇਬੰਦੀਆਂ ਦੇ ਵਿੱਚ ਭਾਰਤ ਸਰਕਾਰ ਦੀਆਂ ਏਜੰਸੀਆਂ, IB, ਈਵਨ ਮਿਲਟਰੀ ਏਜੰਸੀ, CRPF ਦੀਆਂ ਏਜੰਸੀਆਂ, ਪੰਜਾਬ ਪੁਲਿਸ ਦੀਆਂ ਕੈਟ, ਬਲੈਕ ਕੈਟ ਖਾੜਕੂਆਂ ਦੇ ਵਿੱਚ ਆ ਕੇ ਬਹਿ ਗਏ ਸਨ, ਤੇ ਉਹ ਖਾੜਕੂਆਂ ਤੋਂ ਵੀ ਵੱਡੇ ਖਾੜਕੂ ਬਣ ਗਏ ਸਨ। ਮੈਨੂੰ ਕਿਹਾ ਗਿਆ ਕਿ ਭਾਈ ਜਸਬੀਰ ਸਿੰਘ ਦੇ ਸਾਹਮਣੇ ਤੂੰ ਇਹ ਸਾਰੀਆਂ ਗੱਲਾਂ ਸਾਬਤ ਕਰੇਗਾ। ਮੈਂ ਕਿਹਾ ਜੀ ਲੈ ਕੇ ਆਓ। ਫਿਰ ਉਹ ਭੱਜੀ ਜਾਏ। ਆਮਨੇ ਸਾਹਮਣੇ ਬੈਠ ਕੇ ਮੈਂ ਇਹਨਾਂ ਨੂੰ ਕਿਹਾ ਔਰ ਮੰਨੇ, ਔਰ ਉੱਥੇ ਬਕਾਇਦਾ ਅਰਦਾਸ ਕਰਕੇ ਇਹਨਾਂ ਨੇ ਕਿਹਾ ਕਿ ਇੰਦਰਪਾਲ ਸਿੰਘ ਠੀਕ ਕਹਿ ਰਿਹਾ। ਗੱਲ ਵਿੱਚ ਪੱਲੂ ਪਾ ਕੇ ਇਹਨਾਂ ਨੇ ਕਿਹਾ ਜੋ ਸਜ਼ਾ ਲਾਣੀ ਹੈ ਲਾ ਦਿਓ। ਸਜ਼ਾ ਨੀਅਤ ਹੋਈ ਸੀ ਕਿ ਜੇ ਮੈਂ ਸਾਬਤ ਨਹੀਂ ਕਰਦਾ ਤੇ ਖਾੜਕੂ ਮੈਨੂੰ ਗੋਲੀ ਮਾਰ ਦੇਣਗੇ। ਮੈਂ ਨਿਹੱਥਾ ਗਿਆ, ਠੋਕ ਕੇ ਕਹਿੰਦਾ ਮੈਂ ਗੱਲਾਂ ਸੱਚ ਕਹਿੰਦਾ, ਚੁੱਭਦੀਆਂ ਤਾਂ ਨੇ ਸਾਰਿਆਂ ਨੂੰ। ਮੈਂ ਪੰਥਕ ਕਮੇਟੀ 'ਚ ਸ਼ਾਮਲ ਹੋਣ ਤੋਂ ਨਾ ਕਰਤਾ, ਜਿਸ ਕਰਕੇ ਮੇਰੀ ਗ੍ਰਿਫਤਾਰੀ ਕਰਾਈ ਗਈ। ਮੈਂ ਪੰਥਕ ਕਮੇਟੀ ਦਾ ਵਿਰੋਧ ਵੀ ਕੀਤਾ, ਜਿਸ ਕਰਕੇ ਮੇਰੀ ਗ੍ਰਿਫਤਾਰੀ ਕਰਵਾਈ ਗਈ। ਤੁਸੀਂ ਨਹੀਂ ਬਚਣਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਆਪਣਾ ਘਰ ਲੁਟਾਉਣਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਪਰ ਘੱਟੋ ਘੱਟ ਹੈ ਤਾਂ ਨਾ ਕੌਮ ਵਿੱਚ ਕੋਈ ਲਿਖਤ ਵਿੱਚ ਆਏ ਇਤਿਹਾਸ ਵਿੱਚ ਕਿ ਕੋਈ ਉਸ ਵੇਲੇ ਜਿਉਂਦੇ ਹੀ ਨਹੀਂ ਸੀ ਪਈ, ਕੋਈ ਸਿਰਧਾਰੀ ਹੀ ਨਹੀਂ ਸੀ, ਸਾਰੇ ਸਿਰਗੁਮ ਸੀ ਕਿ ਜਿਨ੍ਹਾਂ ਨੇ ਕੌਮ ਨੂੰ ਅਗਾਹ ਕੀਤਾ ਹੋਵੇ। ਸਮਾਜ ਵਿੱਚ ਸੱਚ ਅਤੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਮੇਰੇ ਪਿਆਰੇ ਸਰੋਤਿਓ, ਤੁਹਾਡੀ ਸੰਗਤੀ ਹਿੰਮਤ ਨਾਲ ਦਾਸ ਜਿਉਂਦਾ ਵੀ ਹੈ ਤੇ ਬੋਲਦਾ ਵੀ ਹੈ। ਤੁਹਾਡੇ ਦਰਸ਼ਕਾਂ ਰਾਹੀਂ ਦਰਸ਼ਕਾਂ ਵਾਸਤੇ, ਦਰਸ਼ਕਾਂ ਦੇ ਏਜੰਡੇ ਅਨੁਸਾਰ ਚੱਲ ਰਹੇ C5 ਚੈਨਲ ਤੇ ਸਵਾਗਤ ਕਰਦਾ ਹੈ। ਆਪ ਸਾਰਿਆਂ ਪ੍ਰਬੁੱਧ ਦਰਸ਼ਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਆਪਣਾ ਅਤਿੰਦਰਪਾਲ ਸਿੰਘ ਖਾਲਿਸਤਾਨੀ। ਅੱਜ ਦਾਸ ਨੇ ਆਪਣੇ ਨਾਂ ਨਾਲ ਖਾਲਿਸਤਾਨੀ ਲਾਣਾ ਸ਼ੁਰੂ ਕਰ ਦਿੱਤਾ ਹੈ। ਵਿੱਚ ਕਈ ਵਾਰੀ ਲਾਉਂਦਾ ਰਿਹਾ, ਛੱਡਿਆ ਮੁਕੰਮਲ ਤੌਰ ਤੇ ਨਹੀਂ ਸੀ। ਕਿਉਂ ਛੱਡਿਆ ਸੀ? ਮੇਰੀਆਂ ਵੀਡੀਓਜ਼ ਪਈਆਂ ਨੇ ਜਿਨ੍ਹਾਂ ਦੇ ਮੈਂ ਉੱਪਰ ਲਿੰਕ ਵੀ ਤੁਹਾਨੂੰ ਦੇ ਦਿੰਦਾ, ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਕਿ ਕਾਰਨ ਕੀ ਸੀ। ਮੈਂ ਅੱਜ ਸੰਖੇਪ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸ਼ੁਰੂ ਕਰ ਰਿਹਾ, ਬੜੀ ਸੰਖੇਪ ਵਿੱਚ। ਇਹ ਨਾ ਸਮਝਿਆ ਜਾਏ ਕਿ ਹੁਣ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਸ਼ਾਇਦ ਇਸ ਲਈ ਅਤਿੰਦਰਪਾਲ ਸਿੰਘ ਨੇ ਆਪਣੇ ਕਿਸੇ ਗੁਪਤ ਏਜੰਡੇ ਲਈ ਖਾਲਿਸਤਾਨ ਫੇਰ ਲਾਣਾ ਸ਼ੁਰੂ ਕਰ ਲਿਆ। ਬਿਲਕੁਲ ਨਹੀਂ। ਵਿਧਾਨ ਸਭਾ ਦੀ ਚੋਣਾਂ ਵਿੱਚ ਸਾਡਾ ਕੋਈ ਏਜੰਡਾ ਨਹੀਂ ਹੈਗਾ। ਅਸੀਂ ਬਿਲਕੁਲ ਖੜੇ ਨਹੀਂ ਹੋ ਰਹੇ ਹਾਂ, ਕਿਸੇ ਨੁਮਾਇੰਦੇ ਨੂੰ ਵੀ ਖੜਾ ਨਹੀਂ ਕਰ ਰਹੇ ਹਾਂ, ਕਿਸੇ ਨੂੰ ਸਪੋਰਟ ਵੀ ਨਹੀਂ ਕਰਾਂਗੇ। ਸੱਚ ਦੀ, ਹੱਕ ਦੀ ਔਰ ਨਾਨਕਸ਼ਾਹੀ ਪ੍ਰਣਾਲੀ ਦੀ ਗੱਲ ਠੋਕ ਕੇ ਕਰਾਂਗੇ। ਚੋਣਾਂ ਨਾਲ, ਵੋਟਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਪਹਿਲੀ ਗੱਲ ਤਾਂ ਬਿਲਕੁਲ ਹੈ, ਸਪਸ਼ਟ ਹੈ। ਦੂਸਰੀ ਗੱਲ ਹੈ, ਸਪਸ਼ਟ ਕਰ ਦੇਣਾ ਚਾਹੁੰਦਾ ਕਿ ਹਾਂ, ਵਿਧਾਨ ਸਭਾ ਚੋਣਾਂ ਵਿੱਚ ਇਹ ਇੱਕ ਸਾਡਾ ਦ੍ਰਿਸ਼ਟੀਕੋਣ ਅਵਸ਼ ਹੈ। ਦਾਸ ਦਾ ਦ੍ਰਿਸ਼ਟੀਕੋਣ ਵੀ ਹੈ ਤੇ ਦਾਸ ਦੇ ਸਾਰੇ ਪ੍ਰਬੁੱਧ ਦਰਸ਼ਕਾਂ ਦਾ ਵੀ ਇਹ ਦ੍ਰਿਸ਼ਟੀਕੋਣ ਹੈ। ਉਹਨਾਂ ਦੇ ਬਿਹਾਫ ਤੇ ਦਾਸ ਸਾਡਾ ਕਹਿ ਰਿਹਾ ਕਿ ਕਿਸਾਨਾਂ ਦੇ ਪੁੱਤਰਾਂ ਨੂੰ, ਕਿਸਾਨਾਂ ਦੀਆਂ ਧੀਆਂ ਨੂੰ
ਹੁਣ ਸਿਆਸਤ ਆਪਣੇ ਹੱਥ 'ਚ ਲੈ ਲੈਣੀ ਚਾਹੀਦੀ ਹੈ। ਅਗਰ ਉਹ ਆਪਣਾ ਕੋਈ ਫਰੰਟ ਬਣਾ ਕੇ ਤੁਰਨਗੇ, ਜੇ ਉਹ ਸਾਡੇ ਤੋਂ ਕੋਈ ਸਹਾਇਤਾ, ਆਪਣੇ ਤੌਰ ਤੇ ਅਸੀਂ ਬਿਲਕੁਲ ਵੀ ਕੁਝ ਵੀ ਨਹੀਂ ਬੋਲਾਂਗੇ। ਹਾਂ, ਜੇ ਉਹ ਸਾਡੇ ਤੋਂ ਕੋਈ ਸਹਾਇਤਾ ਮੰਗਣਗੇ, ਅਸੀਂ ਤਨ ਮਨ ਧਨ ਨਾਲ ਉਹਨਾਂ ਦੀ ਸੰਪੂਰਨ ਸਹਾਇਤਾ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਦਾ ਅੰਸ਼ ਤੇ ਬੰਸ ਦਾ ਪੁੱਤਰ ਤੇ ਧੀ ਜਿਹੜੀ ਹੁਣ ਲੋਕ ਜਮਹੂਰੀਅਤ ਨੂੰ ਜਿਉਂਦਾ ਕਰਦੀ ਪਈ ਹੈ, ਉਹ ਇਸ ਲੋਕ ਜਮਹੂਰੀਅਤ ਰਾਹੀਂ ਕਿੰਗ ਬਣੇ, ਕਿੰਗ ਮੇਕਰ ਨਾ ਬਣੇ ਤੇ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰੇ। ਉਹਨਾਂ ਦੇ ਸਾਹਮਣੇ ਏਜੰਡਾ ਬਿਲਕੁਲ ਸਪਸ਼ਟ ਮੈਂ ਪਹਿਲਾਂ ਵੀ ਰੱਖਿਆ, ਹੁਣ ਵੀ ਰੱਖਾਂਗਾ ਕਿ ਉਹਨਾਂ ਦੀ ਹੈਲਪ, ਉਹਨਾਂ ਨਾਲ ਤੁਰਾਂਗੇ, ਤਨ ਮਨ ਧਨ ਤੋਂ ਸਹਾਇਤਾ ਵੀ ਕਰਾਂਗੇ, ਤਾਂ ਕਰਾਂਗੇ ਜੇ ਉਹ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਨਾਨਕਸ਼ਾਹੀ ਪ੍ਰਣਾਲੀ ਦੇ ਰਾਜ ਦੇ ਪਰਚਮ ਨੂੰ ਲੈ ਕੇ ਤੁਰਨਗੇ ਤੇ ਪੰਜਾਬ ਵਿਧਾਨ ਸਭਾ ਰਾਹੀਂ ਉਸ ਨੂੰ ਫਿਰ ਪੁਨਰ ਸੁਰਜੀਤ ਕਰਾਉਣ ਦਾ ਪ੍ਰਣ ਦੇਣਗੇ। ਇਹ ਤਾਂ ਸਾਡੀ ਸਿਆਸੀ ਗੱਲ ਹੈ ਜੀ। ਇਸ ਨਿਮਿਤ ਅਸੀਂ ਪ੍ਰਣਾਏ ਹੋਏ ਹਾਂ, ਆਪਾਂ ਵਾਰਿਆ ਹੋਇਆ ਹੈ, ਆਪਾਂ ਵਾਰ ਦਾਂਗੇ। ਇਸ ਲੋਹ ਲਈ, ਨਾਨਕਸ਼ਾਹੀ ਲੋਹ ਲਈ ਪਤੰਗੇ ਵਾਂਗ ਫਨਾ ਹੋ ਜਾਵਾਂਗੇ। ਕੁਛ ਨਹੀਂ ਚਾਹੀਦਾ ਸਾਨੂੰ, ਇਹ ਸਾਡਾ ਵਾਅਦਾ। ਹੁਣ ਆਓ ਗੱਲ ਕਰੀਏ ਖਾਲਿਸਤਾਨ ਦੀ ਨਾਂ ਨਾਲ ਲਗਾਉਣ ਦੀ। ਜਿਸ ਵੇਲੇ ਦਾਸ ਨੇ 3 ਸਤੰਬਰ 1990 ਨੂੰ ਭਾਰਤ ਦੀ ਸੰਸਦ ਵਿੱਚੋਂ ਖਾਲਿਸਤਾਨ ਪ੍ਰਵਾਨ ਕਰਵਾਇਆ, ਤਾਂ ਉਸ ਵੇਲੇ ਬਹੁਤ ਕੁਛ ਦਾਸ ਤੇ ਦੂਸ਼ਣ ਲਾਏ ਗਏ। ਦੂਸ਼ਣ ਲਾਉਣ ਵਾਲੇ ਇਹੀ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਧੜਾ, ਉਸ ਵੇਲੇ ਬਾਬਾ ਧੜਾ ਸੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹਦਾ ਕਿ ਮੈਂ ਐਕਟਿੰਗ ਪ੍ਰਧਾਨ ਰਿਹਾ, ਚੁਣਿਆ ਹੋਇਆ ਆਖਰੀ ਵਾਈਸ ਸੀਨੀਅਰ ਮੀਤ ਪ੍ਰਧਾਨ ਅਤੇ ਐਕਟਿੰਗ ਪ੍ਰਧਾਨ ਸੀ। ਉਸ ਤੋਂ ਬਾਅਦ ਸਾਰੀ ਆਪੋ ਤਾਪੀ ਬਣੀ ਹੈ ਤੇ ਆਪੇ ਬਣੇ ਸਰਦਾਰ ਆਏ ਨੇ। ਦਾਸ ਨੇ ਕਦੇ ਵੀ ਉਸ ਦੌੜ 'ਚ ਆਪਣੇ ਆਪ ਨੂੰ ਸ਼ਾਮਲ ਨਹੀਂ ਕੀਤਾ। ਉਹਨਾਂ ਨੇ ਦਲ ਖਾਲਸਾ ਨੇ, ਖਾੜਕੂ ਧਿਰਾਂ ਨੇ, ਖਾੜਕੂ ਸਫਾ ਨੇ, ਜਿੰਨੀਆਂ ਉਸ ਵੇਲੇ ਮੈਗਜ਼ੀਨਾਂ ਨਿਕਲਦੀਆਂ ਸੀ ਖਾੜਕੂਆਂ ਦੀਆਂ ਸਮਰਥਨ ਵਿੱਚ, ਅੱਜ ਵੀ ਉਹ ਨਿਕਲਦੀਆਂ ਨੇ, ਉਹਨਾਂ ਸਾਰਿਆਂ ਦੇ ਜਿੰਨੇ ਰਾਈਟਰ ਸੀ, ਉਹਨਾਂ ਸਾਰਿਆਂ ਨੇ ਇਹ ਦੂਸ਼ਣ ਲਾਏ ਸੀ ਕਿ ਅਤਿੰਦਰਪਾਲ ਸਿੰਘ ਤਾਂ ਗੱਦਾਰੀ ਕਰ ਰਿਹਾ। ਸਾਨੂੰ, ਅਸੀਂ ਜਮਹੂਰੀਅਤ ਨਾਲ ਖਾਲਿਸਤਾਨ ਨਹੀਂ ਲੈਣਾ, ਅਸੀਂ ਤਾਂ ਬੰਦੂਕ ਦੀ ਨੋਕ ਨਾਲ ਲੈਣਾ। ਦੂਸਰੀ ਗੱਲ ਉਹ ਇਹ ਕਹਿੰਦੇ ਸੀ ਕਿ ਅਤਿੰਦਰਪਾਲ ਸਿੰਘ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਹੀ ਹੈ, ਉਹ ਡੈਮੋਕ੍ਰੈਟਿਕਲੀ, ਪੀਸਫੁਲੀ ਅਤੇ ਵੋਟ ਪੱਧਤੀ ਨਾਲ ਕਹਿੰਦਾ ਕਿ ਅਸੀਂ ਤਾਂ ਭਾਰਤ ਦੇ ਅੰਦਰ ਹੀ ਰਹਿਣਾ, ਤੇ ਉਹ ਕਹਿੰਦੇ ਸੀ ਅਸੀਂ ਭਾਰਤ ਤੋਂ ਅੱਡ ਹੋ ਜਾਣਾ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਕੋਈ ਗੱਲ ਨਹੀਂ, ਤੁਹਾਡਾ ਆਪਣਾ ਰਾਹ, ਮੇਰਾ ਆਪਣਾ ਰਾਹ, ਸਮਾਂ ਦੱਸੇਗਾ ਕਿ ਕਿਸ ਦਾ ਰਾਹ ਸਹੀ ਸੀ। ਮੈਂ ਉਹਨਾਂ ਨੂੰ ਉਸ ਵੇਲੇ ਵੀ ਕਿਹਾ, ਸਾਰੇ ਖਾੜਕੂ ਸਫਾ, ਸਾਰਿਆਂ ਖਾੜਕੂਆਂ ਨੂੰ ਮੈਂ ਮਿਲਿਆ ਸੀ ਬਤੌਰ ਮੈਂਬਰ ਪਾਰਲੀਮੈਂਟ ਵੀ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਸਟੈਪ ਬਾਈ ਸਟੈਪ ਅਸੀਂ ਆਪਣੀ ਮੰਜ਼ਿਲ ਤੱਕ ਅੱਪੜ ਸਕਦੇ ਹਾਂ, ਛੜੱਪਿਆਂ ਨਾਲ ਅਸੀਂ ਨਹੀਂ ਜਾ ਸਕਦੇ। ਇਹ ਸਟੈਪ ਨੇ, ਤੇ ਅੱਜ ਦੁਨੀਆ ਜਮਹੂਰੀਅਤ ਨਾਲ ਚੱਲਦੀ ਹੈ, ਸੰਸਦੀ ਪ੍ਰਣਾਲੀ ਨਾਲ ਚੱਲਦੀ ਹੈ, ਲੀਗਲੀ ਚੱਲਦੀ ਹੈ, ਤੇ ਜਿਹੜੇ ਲੀਗਲ ਅਧਿਕਾਰ ਨੇ ਉਹ ਅਸੀਂ ਪਹਿਲਾਂ ਲਈਏ ਤੇ ਲੀਗਲ ਅਧਿਕਾਰਾਂ ਤੇ ਆਪਣੀ ਸੋਵਰਨਿਟੀ ਨੂੰ ਕਾਇਮ ਕਰੀਏ, ਤੇ ਉਸ ਤੋਂ ਬਾਅਦ ਆਪਣੀ ਦੂਜੀ ਆਵਾਜ਼ ਬੁਲੰਦ ਕਰ ਲਾਂਗੇ। ਪਰ ਉਹਨਾਂ ਦੇ ਪੱਲੇ ਨਹੀਂ ਪਈਆਂ, ਪੱਲੇ ਪੈਣ ਨਹੀਂ ਦਿੱਤੀਆਂ। ਮੇਰੇ ਨਾਲ ਇਸ ਇਸ਼ੂ ਤੇ ਬੜੇ ਖਾੜਕੂ ਸਹਿਮਤ ਹੋਏ। ਹੁਣ ਜੇ ਮੈਂ ਨਾਂ ਲਾਂਗਾ ਕਿਉਂਕਿ ਉਹਨਾਂ 'ਚੋਂ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਨੇ ਤੇ ਕਿਹਾ ਜਾਏਗਾ ਕਿ ਹੁਣ ਉਹਨਾਂ ਤੋਂ ਬਾਅਦ ਗੱਲਾਂ ਕਰ ਰਿਹਾ, ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਉਸ ਵਕਤ ਮੇਰੇ ਨਾਲ ਸਰਦਾਰ ਦਲਜੀਤ ਸਿੰਘ ਬਿੱਟੂ ਵੀ ਸਹਿਮਤ ਹੋਏ ਸਨ, ਕਿਉਂਕਿ ਜੋ ਜਿਉਂਦੇ ਨੇ ਮੈਂ ਉਹਨਾਂ ਦਾ ਨਾਂ ਲੈਣਾ ਬਿਹਤਰ ਸਮਝਦਾ। ਖਾਲਿਸਤਾਨੀ ਕਮੇਟੀ ਦੇ ਆਪਣਾ ਯੂਨਾਈਟਿਡ ਸਟੇਟ ਦੇ ਕਰਤਾ ਧਰਤਾ ਵੀ ਮੇਰੇ ਨਾਲ ਸਹਿਮਤ ਹੋਏ ਸਨ, ਕੈਨੇਡਾ ਵਾਲੇ ਵੀ ਮੇਰੇ ਨਾਲ ਸਹਿਮਤ ਹੋਏ ਸਨ, ਯੂਰਪ ਵਾਲੇ ਵੀ ਹੋਏ ਸਨ, ਜਰਮਨ ਵਾਲੇ ਵੀ ਹੋਏ ਸਨ, ਇੰਗਲੈਂਡ ਵਾਲੇ ਵੀ ਹੋਏ ਸਨ ਕਿ ਹਾਂ ਤੁਹਾਡਾ ਇਹ ਏਜੰਡਾ ਬਿਲਕੁਲ ਠੀਕ ਹੈ। ਪਰ ਇਹਨਾਂ ਸਾਰਿਆਂ ਨੂੰ ਹੀ ਗੁੰਮਰਾਹ ਕਰਨ ਵਾਲੇ ਬੜੀਆਂ ਵੱਡੀਆਂ ਤਾਕਤਾਂ ਸਨ, ਜਿਨ੍ਹਾਂ ਦੀ ਅਗਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਵੇਲੇ ਬਾਬਾ ਧੜੇ ਵੱਲੋਂ ਕਰ ਰਿਹਾ ਸੀ।
ਔਰ ਪਿੰਡਰਾਂ ਵਾਲਿਆਂ ਦਾ ਪਰਿਵਾਰ ਸੀ, ਪਰਿਵਾਰਕ ਧਿਰਾਂ ਚੱਲਦੀਆਂ ਪਈਆਂ ਸਨ, ਫੈਡਰੇਸ਼ਨਾਂ ਸਨ, ਖਾੜਕੂ ਹੋਰ ਜਥੇਬੰਦੀਆਂ ਸਨ, ਜਿਨ੍ਹਾਂ ਨੂੰ ਵਰਗਲਾ ਲਿਆ ਗਿਆ ਤੇ ਮੇਰੇ ਖਿਲਾਫ ਕਰ ਦਿੱਤਾ ਗਿਆ। ਮੈਂ ਇੱਕ ਪਾਸੇ ਨਹੀਂ ਹੋਇਆ। ਮੈਂ ਕਿਹਾ ਕਿ ਤੁਸੀਂ ਆਪਣੇ ਰਾਹ ਤੇ ਤੁਰੋ, ਮੈਂ ਆਪਣੇ ਰਾਹ ਤੇ ਤੁਰਾਂਗਾ। ਕੌਮ ਤੇ ਛੱਡੀਏ ਕਿ ਉਹ ਕਿਸ ਦੇ ਰਾਹ ਨੂੰ ਪਸੰਦ ਕਰਦੀ ਹੈ, ਕਰਦੀ ਵੀ ਹੈ ਕਿ ਨਹੀਂ ਕਰਦੀ। ਮੈਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, 3 ਕੋਸ਼ਿਸ਼ਾਂ ਹੋਈਆਂ। ਮੈਂ 3 ਕੋਸ਼ਿਸ਼ਾਂ ਵਿੱਚ ਜਿਹੜੇ ਗਰੁੱਪਾਂ ਨੇ ਆਪਣੇ ਖਾੜਕੂ ਮੈਨੂੰ ਮਾਰਨ ਵਾਸਤੇ ਭੇਜੇ, ਮੈਂ ਉਹਨਾਂ ਨੂੰ ਫੜ ਲਿਆ। ਮੇਰੇ ਸਾਥੀਆਂ ਨੇ ਦੂਸਰੀ ਵਾਰੀ ਉਹਨਾਂ ਨੂੰ ਫੜਿਆ, ਤੀਸਰੀ ਵਾਰੀ ਫਿਰ ਮੇਰੇ ਸਾਥੀਆਂ ਨੇ ਫੜਿਆ। ਅਸੀਂ ਉਹਨਾਂ ਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ, ਅਸੀਂ ਉਹਨਾਂ ਦੇ ਹਥਿਆਰ ਖੋਲ੍ਹੇ, ਹਥਿਆਰਾਂ ਵਿੱਚੋਂ ਗੋਲੀ ਬਾਰੂਦ ਕੱਢ ਲਈ ਤੇ ਫਿਰ ਜਿਹੜੇ ਘਰ ਤੋਂ ਤੁਰੇ ਸੀ ਉਹਨਾਂ ਘਰਾਂ ਵਿੱਚ ਹੀ ਉਹਨਾਂ ਨੂੰ ਜਾ ਕੇ ਮੈਂ ਖੁਦ ਆਪਣੀ ਗੱਡੀ 'ਚ ਬਿਠਾ ਕੇ ਛੱਡ ਕੇ ਆਇਆ। ਤੇ ਗੋਲੀਆਂ ਸੀ ਰਾਹ 'ਚ ਪੈਂਦੀਆਂ ਨਹਿਰਾਂ ਹੀ ਸੁੱਟ ਦਿੱਤੀਆਂ ਤੇ ਅਸਲਾ ਉਹਨਾਂ ਨੂੰ ਵਾਪਸ ਕਰ ਦਿੱਤਾ ਵੀ ਆ ਲਓ ਤੇ ਭਰਾ ਮਾਰੂ ਜੰਗ ਨਾ ਸ਼ੁਰੂ ਕਰੋ। ਆ ਜਿਹੜੇ ਕੰਮ ਤੁਸੀਂ ਸ਼ੁਰੂ ਕੀਤੇ ਨੇ ਆ ਕਰਨਾ ਚਾਹ ਰਹੇ ਹੋ, ਇਹ ਸਾਰੇ ਅਸੀਂ ਆਪਣੀ ਲੱਤ ਹੇਠੋਂ ਕੱਢ ਚੁੱਕੇ ਹਾਂ, ਅਸੀਂ ਦੇਖ ਚੁੱਕੇ ਹਾਂ ਸਾਰਾ ਕੁਝ ਤੇ ਇਹਨਾਂ ਦਾ ਕੋਈ ਫਾਇਦਾ ਨਹੀਂ। ਉਹਨਾਂ ਨੂੰ ਹੀ ਸਮਝਾਇਆ, ਉਹ ਵੀ ਸਮਝ ਗਏ। ਇਹਨਾਂ ਸਾਰਿਆਂ ਲੋਕਾਂ ਨੇ ਉਸ ਵੇਲੇ ਕਿਹਾ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਵੋਟ ਦੀ ਸ਼ਕਤੀ ਨਾਲ ਕਦੇ ਵੀ ਖਾਲਿਸਤਾਨ ਨਹੀਂ ਬਣ ਸਕਦਾ। ਇੰਦਰਪਾਲ ਸਿੰਘ ਸਿੱਖ ਕੌਮ ਨੂੰ ਤੇ ਖਾੜਕੂਆਂ ਨੂੰ ਗੁੰਮਰਾਹ ਕਰ ਰਿਹਾ। ਅੱਜ ਉਹੀ ਸਾਰੀਆਂ ਤਾਕਤਾਂ, ਮੈਂ ਦੱਸਣਾ ਚਾਹੁੰਦਾ ਤੁਹਾਨੂੰ, 1990 ਤੋਂ ਲੈ ਕੇ ਹੁਣ ਤੱਕ ਦਾ ਕੋਈ ਲੰਬਾ ਸਫ਼ਰ ਤਾਂ ਨਹੀਂ ਹੋਇਆ। ਅੱਜ ਉਹੀ ਸਾਰੀਆਂ ਤਾਕਤਾਂ ਕਹਿਣ ਲੱਗ ਗਈਆਂ ਹਨ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਚਾਹੁੰਦੇ ਹਾਂ, ਅਸੀਂ ਵੋਟਾਂ ਰਾਹੀਂ ਚਾਹੁੰਦੇ ਹਾਂ। ਪਰ ਅੱਜ ਤੱਕ ਇਹਨਾਂ ਵਿੱਚੋਂ ਕਿਸੇ ਨੇ ਵੀ ਖਾਲਿਸਤਾਨ ਲਈ ਵੋਟਾਂ ਨਹੀਂ ਮੰਗੀਆਂ ਹਨ। ਮੈਂ ਬੜੀ ਵਾਰੀ ਪ੍ਰਮਾਣਿਤ ਕਰ ਚੁੱਕਾ। ਪਰ ਹੁਣ ਮੇਰੇ ਰਾਹ ਨੂੰ ਇਹਨਾਂ ਨੇ ਗਲਤ ਦੱਸਿਆ ਸੀ, ਮੈਨੂੰ ਗੱਦਾਰ ਕਿਹਾ ਸੀ ਕਿ ਕੌਮ ਲਈ ਝੂਠ ਬੋਲ ਰਿਹਾ, ਖਾੜਕੂਆਂ ਨੂੰ ਕੁਰਾਹੇ ਪਾ ਰਿਹਾ। ਹੁਣ ਆਪ ਉਸੇ ਰਾਹ ਤੇ ਚੱਲ ਪਏ ਨੇ ਤੇ ਮਤਲਬ ਹੁਣ ਕੀ ਹੈ, ਆਪ ਕੁਰਾਹੇ ਪੈ ਗਏ ਨੇ। ਇਹਨਾਂ ਸਾਰਿਆਂ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਜਿਸ ਵੇਲੇ ਮੈਂ 2007 ਵਿੱਚ ਖਾਲਿਸਤਾਨ ਲਈ ਵੋਟ ਮੰਗੀ, ਲੰਬੀ ਹਲਕੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ, ਉਸ ਵੇਲੇ ਸਾਰੀਆਂ ਤਾਕਤਾਂ ਨੇ ਕਾਂਗਰਸ ਦੇ ਝੋਲੇ ਚੁੱਕੇ ਅਤੇ ਉੱਥੇ ਆ ਕੇ ਕਿਹਾ ਇੰਦਰਪਾਲ ਸਿੰਘ ਗੱਦਾਰ ਹੈ, ਕਦੇ ਵੀ ਵੋਟਾਂ ਨਾਲ ਖਾਲਿਸਤਾਨ ਨਹੀਂ ਬਣ ਸਕਦਾ, ਤੁਸੀਂ ਕਾਂਗਰਸ ਨੂੰ ਵੋਟਾਂ ਪਾਓ ਬਾਦਲ ਨੂੰ ਹਰਾਉਣ ਵਾਸਤੇ। ਮੈਂ ਉਹ ਵੀ ਜਰਿਆ। ਫਿਰ ਮੈਂ 2010 ਵਿੱਚ ਆਪਣੀ ਸਿੰਘਣੀ ਕਮਲਜੀਤ ਕੌਰ ਨਾਲ, ਕੈਪਟਨ ਸਾਹਿਬ ਸਾਡੇ ਮੀਤ ਪ੍ਰਧਾਨ ਸਨ, ਉਹਨਾਂ ਨਾਲ, ਅਤੇ ਜਿਹੜੇ ਹਲਕੇ 'ਚ ਵੀ ਅਸੀਂ ਜਾਣਾ ਉਸ ਹਲਕੇ ਦੇ ਜਿਹੜੇ ਦਾਸ ਦੇ ਪਾਰਟੀ ਦੇ ਅਹੁਦੇਦਾਰ ਸੀ ਉਹਨਾਂ ਨਾਲ, 5 ਸਿੰਘਾਂ ਨੇ ਅਸੀਂ ਮੈਂ ਅਤੇ ਮੇਰੀ ਸਿੰਘਣੀ ਲਗਾਤਾਰ ਪੂਰੇ ਪ੍ਰੋਗਰਾਮ ਵਿੱਚ ਨਾਲ ਚੱਲੀ ਹੈ। ਅਤੇ ਸਾਡੇ ਨਾਲ ਸਾਰੇ ਹੀ ਪਿੰਡਾਂ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੈਪਟਨ ਜਗਤਾਰ ਸਿੰਘ ਜੀ ਨੇ ਸਾਥ ਦਿੱਤਾ। ਬਾਕੀ ਸਿੰਘ ਇਲਾਕੇ ਵਾਈਜ਼ ਆਉਂਦੇ ਜਾਂਦੇ ਰਹੇ। ਅਸੀਂ ਪੰਜਾਬ ਦੇ ਲਗਭਗ 4 ਜ਼ਿਲ੍ਹਿਆਂ ਦੇ 18 ਬਲਾਕਾਂ ਤੋਂ ਵੱਧ ਬਲਾਕਾਂ ਵਿੱਚ ਤੇ ਹਜ਼ਾਰਾਂ ਪਿੰਡਾਂ ਵਿੱਚ ਡੋਰ ਟੂ ਡੋਰ ਗਏ, ਲਿਟਰੇਚਰ ਛਪਵਾ ਕੇ ਇਹੋ ਜਿਹਾ ਹੋਏਗਾ ਸਾਡਾ ਖਾਲਿਸਤਾਨ, ਖਾਲਿਸਤਾਨ ਵਿੱਚ ਅਸੀਂ ਤੁਹਾਨੂੰ ਇਹ ਕਰਕੇ ਦਾਂਗੇ ਤੇ ਖਾਲਿਸਤਾਨ ਅਸੀਂ ਤੁਹਾਨੂੰ ਇੰਝ ਲੈ ਕੇ ਦਾਂਗੇ। ਪੰਜਾਬ ਵਿਧਾਨ ਸਭਾ ਰਾਹੀਂ ਡੈਮੋਕ੍ਰੈਟਿਕਲੀ ਪੀਸਫੁਲੀ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਖਾਲਿਸਤਾਨ ਦੇਵਾਂਗੇ। ਇਹ ਏਜੰਡਾ ਹੈ। ਸਾਨੂੰ ਇੱਕ ਵਾਰੀ ਪੰਜਾਬ ਵਿਧਾਨ ਸਭਾ ਵਿੱਚ ਸਿਰਫ 5 ਸਾਲਾਂ ਲਈ ਤੁਸੀਂ ਬਹੁਮਤ ਦੇ ਦਿਓ, ਅਗਲੇ 5 ਸਾਲ ਫਿਰ ਤੁਸੀਂ ਆਪ ਡਿਸਾਈਡ ਕਰਿਆ ਜੇ ਦੇਣਾ ਹੈ ਕਿ ਨਹੀਂ ਦੇਣਾ। ਇੱਕ ਵਾਰੀ ਸਾਨੂੰ 5 ਸਾਲਾਂ ਲਈ ਬਹੁਮਤ ਦੇ ਦਿਓ, ਅਸੀਂ ਤੁਹਾਨੂੰ 5 ਸਾਲਾਂ ਵਿੱਚ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਬਣਾ ਕੇ ਨਾਨਕਸ਼ਾਹੀ ਪ੍ਰਣਾਲੀ ਦਾ, ਨਾਨਕਸ਼ਾਹੀ ਸਿੱਕੇਬੰਦ, ਨਾਨਕਸ਼ਾਹੀ ਵਿਧਾਨ, ਨਾਨਕਸ਼ਾਹੀ ਨਿਸ਼ਾਨ ਦਾ ਰਾਜ ਸਥਾਪਿਤ ਕਰਕੇ ਦੇ ਦਾਂਗੇ। ਔਰ ਉਹ ਇਹੋ ਜਿਹਾ ਹੋਏਗਾ। ਲਿਖਤਬੱਧ ਅਸੀਂ ਇਹ ਏਜੰਡਾ ਦਿੱਤਾ। ਉਸ ਦਾ ਜਿੰਨੀਆਂ ਮੈਗਜ਼ੀਨਾਂ ਛਪਦੀਆਂ ਸੀ ਪੰਜਾਬੀ ਦੀਆਂ, ਖਾੜਕੂਆਂ ਦੇ ਨਾਂ ਤੇ, ਖਾੜਕੂਆਂ ਦੀਆਂ ਫੋਟੋਆਂ ਲਾ ਕੇ, ਖਾੜਕੂਆਂ ਦੀਆਂ ਜੀਵਨੀਆਂ ਸਥਾਪਿਤ ਕਰਨ ਵਾਲੇ ਜਿੰਨੇ ਲੋਕ ਖਾੜਕੂਆਂ ਵਾਸਤੇ ਲਿਖਦੇ ਸਨ, ਜਿੰਨੇ ਅਖਬਾਰਾਂ ਲਿਖਦੇ ਸਨ, ਸਾਰਿਆਂ ਨੇ ਸਾਡਾ ਵਿਰੋਧ ਕੀਤਾ। ਇਹਨਾਂ ਸਾਰੀਆਂ ਹੀ ਸੰਸਥਾਵਾਂ ਨੇ ਸਾਡਾ ਵਿਰੋਧ ਕੀਤਾ। ਅਸੀਂ ਆਪਣਾ ਸਾਰਾ ਝੁੱਗਾ ਚੋੜ ਕਰਾ ਕੇ ਕੌਮ ਨੂੰ ਬੇਨਤੀ ਕਰਕੇ ਕਿ ਹੁਣ ਜਦੋਂ ਕੌਮ ਚਾਹੇਗੀ ਉਦੋਂ ਅਸੀਂ ਫਿਰ ਖਾਲਿਸਤਾਨ ਲਈ ਡੈਮੋਕ੍ਰੈਟਿਕਲੀ ਪੀਸਫੁਲੀ ਵੋਟ ਦੀ ਪਾਵਰ ਰਾਹੀਂ, ਤੁਹਾਡੀ ਸ਼ਕਤੀ ਰਾਹੀਂ
ਵੋਟਰਾਂ ਨੇ ਬਣਵਾਉਣਾ, ਅਸੀਂ ਤਾਂ ਸਿਰਫ ਸੰਘਰਸ਼ ਕਰਨਾ ਤੇ ਅਸੀਂ ਫਿਰ ਤੁਰਾਂਗੇ। ਸਾਡੀ ਕਿਸੇ ਨੇ ਪਰਵਾਹ ਨਹੀਂ ਕੀਤੀ। ਇਹਨਾਂ ਲੋਕਾਂ ਨੇ ਫਿਰ ਸਾਡੇ ਖਿਲਾਫ ਬਹੁਤ ਜ਼ਿਆਦਾ ਬਿਆਨਬਾਜ਼ੀਆਂ ਕੀਤੀਆਂ। 2012 ਦੀਆਂ ਫਿਰ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਉਮੀਦਵਾਰ ਖੜੇ ਕੀਤੇ, ਇਸੇ ਏਜੰਡੇ ਤੇ ਕੀਤੇ, ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਖਾਲਿਸਤਾਨ ਦੇਵਾਂਗੇ। ਸਾਡੇ ਕੈਪਟਨ ਜਗਤਾਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਖੜੇ ਹੋਏ, ਆਟੋ ਤੇ ਜਗ੍ਹਾ ਜਗ੍ਹਾ ਲਾਊਡ ਸਪੀਕਰ ਰਾਹੀਂ ਇਕੱਲੇ ਬੋਲਦੇ ਰਹੇ, ਕਿਸੇ ਨੇ ਜ਼ਰੂਰਤ ਨਹੀਂ ਕੀਤੀ ਉਹਨਾਂ ਦੇ ਨਾਲ ਤੁਰਨ ਦੀ ਖਾਲਿਸਤਾਨ ਦੇ ਨਾਂ 'ਤੇ। ਇਹੀ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਮਾਨ, ਬਾਕੀ ਪੰਥਕ ਧੜੇ ਉਹਨਾਂ ਦਾ ਵਿਰੋਧ ਕਰਦੇ ਰਹੇ। ਉਹਨਾਂ ਨੇ ਪੈਸੇ ਦੇ ਕੇ ਆਪਣੇ ਉਮੀਦਵਾਰ ਸਾਡੇ ਉਮੀਦਵਾਰਾਂ ਦੇ ਖਿਲਾਫ ਖੜੇ ਕੀਤੇ, ਪਰ ਉਹਨਾਂ ਨੇ ਕਦੇ ਖਾਲਿਸਤਾਨ ਦੇ ਨਿਸ਼ਾਨੇ ਤੇ ਵੋਟ ਨਹੀਂ ਮੰਗੀ। ਇਹ ਵਾਪਰਦਾ ਰਿਹਾ ਖਾਲਿਸਤਾਨ ਨਾਲ। ਫਿਰ ਹੱਦ ਹੋ ਗਈ ਜਿਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਵੀ, ਫਿਰ ਸਿੱਖ ਫਾਰ ਜਸਟਿਸ ਨੇ ਵੀ ਕਹਿਤਾ ਕਿ ਅਤਿੰਦਰਪਾਲ ਸਿੰਘ ਦਾ ਝੂਠ ਬੋਲਦਾ, ਔਰ ਸਾਰੀ ਕੌਮ ਨੇ ਮੈਨੂੰ ਗਾਲਾਂ ਕੱਢਣੀਆਂ। ਜਿਹੜੇ ਖਾਲਿਸਤਾਨੀ ਸੀ ਜਾਂ ਖਾਲਿਸਤਾਨ ਚਾਹੁੰਦੇ ਸਨ, ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਸਨ ਕਿ ਬਈ ਅਤਿੰਦਰਪਾਲ ਸਿੰਘ ਜਾਣਬੁੱਝ ਕੇ ਸਿੱਖ ਫਾਰ ਜਸਟਿਸ ਦਾ ਵੀ ਰਾਹ ਰੋਕਦਾ, ਮਾਨ ਦਾ ਵੀ ਰਾਹ ਰੋਕਦਾ, ਦਲ ਖਾਲਸਾ ਦਾ ਵੀ ਰੋਕਦਾ, ਹੋਰਾਂ ਦਾ ਵੀ ਰੋਕਦਾ। ਮੈਂ ਫਿਰ ਐਲਾਨੀਆ ਤੌਰ ਤੇ ਕਹਿ ਦਿੱਤਾ ਸੀ ਕਿ ਬਈ ਮੈਂ ਆਪਣੇ ਆਪ ਨੂੰ ਵਿਡਰਾ ਕਰਦਾ। ਹੁਣ ਜਦੋਂ ਤੁਸੀਂ ਖਾਲਿਸਤਾਨ ਬਣਾ ਕੇ ਦੇ ਦਿਓਗੇ, ਤੁਹਾਨੂੰ ਟਾਈਮ ਦਿੱਤਾ, ਤੁਹਾਡਾ ਮਿੱਥਿਆ ਹੋਇਆ। ਮਾਨ ਸਾਹਿਬ ਨੂੰ ਅਸੀਂ 20 ਸਾਲ ਦੇ ਦਿੱਤੇ। ਸਿੱਖ ਫਾਰ ਜਸਟਿਸ ਨੂੰ 2005 ਵਿੱਚ ਗੱਲ ਹੋਈ ਸੀ, ਉਸ ਤੋਂ ਬਾਅਦ 2020 ਦਾ ਉਹਨਾਂ ਨੇ ਨਾਰਾ ਦੇਤਾ, ਅੱਜ 2021 ਹੋ ਗਿਆ, ਅਸੀਂ ਚੁੱਪ ਰਹੇ। ਇਹਨਾਂ ਨੇ ਕੱਖ ਨਹੀਂ ਕਰਕੇ ਦਿੱਤਾ, ਸਾਰੀ ਧੋਖੇਬਾਜ਼ੀ ਇਹਨਾਂ ਦੀ ਸਾਹਮਣੇ ਆ ਗਈ। 2 ਸਵਾਲ ਅਤੇ ਤੀਜਾ ਏਜੰਡਾ ਕੌਮ ਸਾਹਮਣੇ। ਹੁਣ ਕਈ ਵਾਰੀ ਸਿੱਖ ਪੁੱਛ ਲੈਂਦੇ ਨੇ ਬਈ ਤੂੰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਹੀ ਅਜਿਹਾ ਕੀਤਾ। ਬਿਲਕੁਲ ਨਹੀਂ। ਜਿਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਸੀ, ਉਦੋਂ ਵੀ ਦਾਸ ਦਾ ਇਹੋ ਏਜੰਡਾ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਭਾਈ ਅਮਰੀਕ ਸਿੰਘ ਜੀ ਨੂੰ ਖੜਾ ਕਰਵਾਇਆ ਸੀ ਇਸੇ ਏਜੰਡੇ ਤੇ। ਫਿਰ ਉਸ ਤੋਂ ਬਾਅਦ ਜਿਸ ਵੇਲੇ ਮੈਂ ਰੂਪੋਸ਼ ਹੋ ਗਿਆ, ਰੂਪੋਸ਼ੀ ਤੋਂ ਬਾਅਦ ਮੈਂ ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ KLO ਬਣਾਈ। KLO ਦਾ ਵੀ ਏਜੰਡਾ ਇੱਕੋ ਸੀ। ਮੈਂ KLO ਦੀ ਗੱਲ ਪਾਰਲੀਮੈਂਟ ਦੇ ਅੰਦਰ ਵੀ ਕੀਤੀ। ਮੈਂ ਡਰਦਾ ਨਹੀਂ ਹਾਂ ਕਿਸੇ ਗੱਲ ਤੋਂ। ਜੋ ਕੀਤਾ ਉਸ ਤੇ ਫਖਰ ਹੈ, ਮਾਣ ਹੈ, ਕਿਉਂਕਿ ਅਸੀਂ ਪ੍ਰਾਪਤੀ ਕਰਕੇ ਦਿੱਤੀ ਹੈ। ਹੋਰਾਂ ਕੰਨੀ ਕਿ ਨਾਅਰੇਬਾਜ਼ੀਆਂ ਮਾਰੀਆਂ ਨੇ, ਲੋਕਾਂ ਦੇ ਪੁੱਤ ਸ਼ਹੀਦ ਕਰਵਾ ਦਿੱਤੇ ਤੇ ਆਪ ਲੁੱਟਾਂ ਖੋਹਾਂ ਕਰਕੇ ਪਾਸੇ ਹੋ ਕੇ ਬਹਿ ਗਏ ਤੇ ਜ਼ਮੀਨਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਚਿੱਟੀਆਂ ਵੇਚ ਲਈਆਂ। ਅਜਿਹਾ ਅਸੀਂ ਕੋਈ ਕੁਕਰਮ ਨਹੀਂ ਜੇ ਕੀਤਾ। ਅਸੀਂ ਠੋਸ ਪ੍ਰਾਪਤੀਆਂ ਕੀਤੀਆਂ ਨੇ। ਮੈਂ ਪਾਰਲੀਮੈਂਟ ਦੇ ਅੰਦਰ ਵੀ ਕਿਹਾ ਕਿ ਬਿਲਕੁਲ ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਇੱਕ ਡੈਮੋਕ੍ਰੈਟਿਕ ਲੀਗਲ ਪੋਲੀਟੀਕਲ ਸੰਸਥਾ ਬਣਾਈ ਸੀ, ਜਿਸ ਦਾ ਏਜੰਡਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਰਾਹੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਕੇ ਪੰਜਾਬ ਨੂੰ ਨਾਨਕਸ਼ਾਹੀ ਖਾਲਿਸਤਾਨੀ ਪ੍ਰਣਾਲੀ ਦਾ ਰਾਜ ਦੇਵਾਂਗੇ। ਹਲੇਮੀ ਰਾਜ ਦਾ ਕਨਸੈਪਟ ਸਾਡਾ ਬਿਲਕੁਲ ਸਪਸ਼ਟ ਉਦੋਂ ਵੀ ਸੀ, ਹੁਣ ਵੀ ਹੈ, ਮਰਦੇ ਦਮ ਤੱਕ ਰਹੇਗਾ। ਫਿਰ ਅਜਿਹਾ ਵੀ ਨਹੀਂ ਹੈ ਕਿ ਮੈਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਜਿਹੇ ਸੰਦੇਸ਼ ਦਿੰਦਾ ਰਿਹਾ, ਬਿਲਕੁਲ ਨਹੀਂ। 1987 ਅਗਸਤ 1987 ਤੋਂ ਦਾਸ ਨੇ ਖਾਲਿਸਤਾਨ ਨਮਿਤ ਸਮੂਹ ਸਰਵੋੱਚ ਖਾੜਕੂ ਲੀਡਰਸ਼ਿਪ ਨਾਲ 4-4 5-5 ਦਿਨ ਰਾਤਾਂ ਉਹਨਾਂ ਦੇ ਹਾਈਡ ਆਊਟਸ 'ਤੇ ਗੁਜ਼ਾਰੀਆਂ। ਬਕਾਇਦਾ ਉਹਨਾਂ ਨੂੰ ਸਮਝਾਇਆ ਕਿ ਡੈਮੋਕ੍ਰੈਟਿਕਲੀ ਪੀਸਫੁਲੀ ਪੋਲੀਟੀਕਲ ਪਾਵਰ ਹਾਸਲ ਕਰਕੇ ਅਸੀਂ ਪੰਜਾਬ ਵਿਧਾਨ ਸਭਾ ਰਾਹੀਂ ਕਿਵੇਂ ਆਪਣੇ ਹੱਕ ਹਾਸਲ ਕਰ ਸਕਦੇ ਹਾਂ, ਕਿਵੇਂ ਅਸੀਂ ਖਾਲਿਸਤਾਨ ਬਣਾ ਸਕਦੇ ਹਾਂ। ਸਾਰੇ ਸ਼ਿਖਰਲੇ ਲੀਡਰਾਂ ਨਾਲ ਮੈਂ ਮਿਲਿਆ। ਉਹਨਾਂ ਵਿੱਚੋਂ ਬਿੱਟੂ ਸਾਹਿਬ ਤਾਂ ਹਲੇ ਵੀ ਹੈਗੇ ਨੇ, ਮੈਂ ਸਤਿਕਾਰ ਕਰਦਾ ਉਹਨਾਂ ਦਾ ਵੀ, ਪਰ ਸਾਰਿਆਂ ਨੇ ਮੇਰੀ ਗੱਲ ਨਹੀਂ ਮੰਨੀ। ਅਖੀਰ ਅਸੀਂ ਜਿਸ ਵੇਲੇ ਸਾਂਝੀਆਂ ਮੀਟਿੰਗਾਂ ਕੀਤੀਆਂ, ਮੈਂ ਉਹਨਾਂ ਨੂੰ ਫਿਰ ਏਜੰਡਾ ਦਿੱਤਾ ਕਿ ਆਪਾਂ ਆਪਣਾ ਇੱਕ ਸ਼੍ਰੋਮਣੀ ਅਕਾਲੀ ਦਲ ਬਣਾ ਲਈਏ। ਕਿਉਂ ਬਣਾਉਣਾ ਜ਼ਰੂਰੀ ਹੈ, ਇਸ 'ਤੇ ਮੈਂ ਫਿਰ ਸਾਰਿਆਂ ਨੂੰ ਸਹਿਮਤ ਕੀਤਾ, ਔਰ ਉਹ ਸਾਰੇ ਸਹਿਮਤ ਹੋਏ ਇਸ ਗੱਲ 'ਤੇ ਕਿ 1987 ਤੱਕ ਸਮੁੱਚੇ ਖਾੜਕੂ ਜਥੇਬੰਦੀਆਂ ਦੇ ਵਿੱਚ ਭਾਰਤ ਸਰਕਾਰ ਦੀਆਂ ਏਜੰਸੀਆਂ IB, RAW,
ਈਵਨ ਮਿਲਟਰੀ ਏਜੰਸੀ CRPF ਦੀਆਂ ਏਜੰਸੀਆਂ, ਪੰਜਾਬ ਪੁਲਿਸ ਦੀਆਂ ਕੈਟ, ਬਲੈਕ ਕੈਟ ਖਾੜਕੂਆਂ ਦੇ ਵਿੱਚ ਆ ਕੇ ਬਹਿ ਗਏ ਸਨ ਤੇ ਉਹ ਖਾੜਕੂਆਂ ਤੋਂ ਵੀ ਵੱਡੇ ਖਾੜਕੂ ਬਣ ਗਏ ਸਨ। ਕਿਸੇ ਵੀ ਖਾੜਕੂ ਜਥੇਬੰਦੀ ਦੇ ਮੁਖੀ ਨੂੰ ਜਾਂ ਉਹਨਾਂ ਦੀ ਕਾਰਜ ਪ੍ਰਣਾਲੀ ਜੋ ਵੀ ਰਹੀ ਹੋਏ, ਉਹਨਾਂ ਦੀ ਜਿਹੜੀ ਆਪਣੀ ਅੰਦਰੂਨੀ ਸਲਾਹਕਾਰ ਕਮੇਟੀ ਸੀ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ, ਕਿਤੇ ਕੋਈ ਕਾਂਡ ਹੋ ਜਾਂਦਾ ਸੀ ਉਹਨਾਂ ਦੇ ਲੈਟਰ ਪੈਡ ਤੇ ਔਨ ਕਰ ਲਿਆ ਜਾਂਦਾ ਸੀ, ਉਹ ਆਪ ਉਸ ਦਾ ਖੰਡਨ ਵੀ ਨਹੀਂ ਸੀ ਕਰਦੇ। ਔਰ ਮੈਂ ਇਹਨਾਂ ਨੂੰ ਸਹਿਮਤ ਕੀਤਾ ਕਿ ਅਜਿਹੀਆਂ ਸਾਰੀਆਂ ਕਾਰਵਾਈਆਂ ਦਾ ਖੰਡਨ ਕਰੋ ਜਿਹੜੀ ਕਿ ਸ਼ਿਖਰਲੀ ਲੀਡਰਸ਼ਿਪ ਦੀ ਅਗਵਾਈ ਤੋਂ ਤੇ ਹੁਕਮ ਤੋਂ ਬਿਨਾਂ ਹੁੰਦੀਆਂ ਹਨ। ਲਗਾਤਾਰ 1 ਸਾਲ ਦੀ ਮਿਹਨਤ ਤੋਂ ਬਾਅਦ ਦਾਸ ਇਹਨਾਂ ਨੂੰ ਇਸ ਏਜੰਡੇ ਤੇ ਲੈ ਕੇ ਆਇਆ ਸੀ। ਅਖੀਰ ਮੰਨੇ ਕਿ ਹਾਂ ਬਈ ਹੁਣ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮੌਕਾ ਜੇ ਅਸੀਂ ਪੰਜਾਬ ਵਿਧਾਨ ਸਭਾ ਵਿੱਚ ਕਾਬਜ਼ ਹੋ ਕੇ ਸਰਕਾਰ ਬਣਾ ਕੇ ਲੋਕਾਂ ਨੂੰ ਖਾਲਿਸਤਾਨ ਦੀ ਪ੍ਰਣਾਲੀ ਦਾ ਸੁੱਖ ਦਈਏ, ਲੋਕਾਂ ਨੂੰ ਦੱਸੀਏ ਕਿ ਇਸ ਨਾਲ ਤੁਸੀਂ ਕਿਵੇਂ ਸੁਖੀ ਹੋਵੋਗੇ। ਜਦ ਲੋਕਾਂ ਨੂੰ ਸੁੱਖ ਮਿਲੇਗਾ, ਲੋਕਾਂ ਦੇ ਧੀਆਂ ਪੁੱਤਰਾਂ ਨੂੰ ਨੌਕਰੀ ਮਿਲੇਗੀ, ਉਹਨਾਂ ਦੇ ਕੰਮ ਹੋਣਗੇ, ਉਹ ਖਾਲਿਸਤਾਨ ਨਾਲ ਹੋਰ ਵੱਧ ਜੁੜਨਗੇ ਤੇ ਡੈਮੋਕ੍ਰੈਟਿਕ ਪੀਸਫੁਲੀ ਅਸੀਂ ਕਿਸੇ ਏਜੰਡੇ ਤੇ ਅੱਗੇ ਵਧਾਂਗੇ ਤੇ ਸਟੈਪ ਬਾਈ ਸਟੈਪ ਅੱਗੇ ਵਧੀਏ, ਅਸੀਂ ਆਪਣਾ ਪੋਲੀਟੀਕਲ ਫਰੰਟ ਖੜਾ ਕਰੀਏ। ਜੇ ਤੁਸੀਂ ਨਹੀਂ ਵੀ ਆਣਾ ਤਾਂ ਵੀ ਤੁਸੀਂ ਆਪਣਾ ਇੱਕ ਸਾਂਝਾ, ਸਾਰੇ ਅੱਡੋ ਅੱਡ ਨਹੀਂ, ਸਾਰਿਆਂ ਦਾ ਇੱਕ ਸਾਂਝਾ ਪੋਲੀਟੀਕਲ ਪਾਰਟੀ ਖੜੀ ਕਰੋ ਔਰ ਸਾਰੇ ਕਹੋ ਅਸੀਂ ਉਹਨੂੰ ਹਮਾਇਤ ਦਾਂਗੇ। ਅਸੀਂ ਉਦੋਂ ਤੱਕ ਸ਼ਾਂਤ ਹਾਂ। ਹੁਣ ਇਸ ਪੋਲੀਟੀਕਲ ਗਰੁੱਪ ਨੂੰ ਅਸੀਂ ਜਦੋਂ ਤੱਕ ਇਹ ਸੱਤਾ 'ਚ ਰਹਿੰਦਾ ਪਹਿਲੇ 5 ਸਾਲ ਦਾਂਗੇ, ਨਿਰੀਖਣ ਪਰੀਖਣ ਕਰਾਂਗੇ ਇਹ ਕੀ ਕਰਦਾ, ਉਸ ਤੋਂ ਬਾਅਦ ਅਗਲੇ 5 ਸਾਲ ਦਾਂਗੇ। ਉਦੋਂ ਤੱਕ ਸਾਡੀਆਂ ਬੰਦੂਕਾਂ ਸ਼ਾਂਤ ਰਹਿਣਗੀਆਂ ਤਾਂ ਜੋ ਤੁਹਾਡਾ ਤੇ ਕੈਟਾਂ ਦਾ ਤੇ ਏਜੰਸੀਆਂ ਰਾਹੀਂ ਜਿਹੜਾ ਖਾੜਕੂਵਾਦ ਫੈਲਾਇਆ ਗਿਆ ਹੈ, ਜਿਹੜਾ ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਤੇ ਖਾੜਕੂ ਮੂਵਮੈਂਟ ਨੂੰ ਬਦਨਾਮ ਕਰ ਰਿਹਾ, ਉਹਨੂੰ ਫੇਲ ਕੀਤਾ ਜਾ ਸਕੇ। ਜਿਸ ਵੇਲੇ ਸਹਿਮਤੀ ਤੇ ਆਏ, ਸਰਕਾਰ ਕੋਲ ਗੱਲਾਂ ਪਹੁੰਚ ਚੁੱਕੀਆਂ ਸਨ, ਉਹਨਾਂ ਨੇ ਭਾਈ ਜਸਵੀਰ ਸਿੰਘ ਦੀ ਅਗਵਾਈ 'ਚ ਬਾਕੀ 4 ਸਿੰਘ ਸਾਹਿਬਾਨ ਰਿਹਾ ਕਰ ਦਿੱਤੇ ਸਮਝੌਤਾ ਕਰਕੇ। ਮੈਂ ਫਿਰ ਇਹਨਾਂ ਨੂੰ ਆਗਾਹ ਕੀਤਾ, ਦੱਸਿਆ ਕਿ ਕਿਸ ਏਜੰਡੇ ਤੇ ਹੋਏ ਨੇ, ਕਿਹਦੇ ਰਾਹੀਂ ਹੋਏ ਨੇ, ਕਿਹੜੇ ਕਿਹੜੇ ਅਫਸਰ ਇਨਵੋਲਵ ਨੇ, ਹਰ ਚੀਜ਼ ਪਤਾ ਕਰਕੇ ਦੱਸੀ ਇਹਨਾਂ ਨੂੰ। ਅਗਵਾ ਨੇ ਭਾਈ ਜਸਵੀਰ ਸਿੰਘ ਜੀ ਵੀ ਹੈਗੇ ਆ, ਹੋਰ ਬਾਕੀ ਸਾਰੇ, ਤਖਤ ਸਿੰਘ ਤਖਤਾ ਵੀ ਹੈਗਾ, ਸ਼ਮਸ਼ੇਰ ਸਿੰਘ ਵੀ ਹੈਗਾ, ਬਿੱਟੂ ਵੀ ਹੈਗਾ, ਵਕੀਲ ਵੀ ਹੈਗਾ, ਆਪਣੇ ਮਹਿਲ ਸਿੰਘ ਜੀ ਵੀ ਨੇ, ਵਧਾਵਾ ਸਿੰਘ ਜੀ ਵੀ ਨੇ, ਬਹੁਤ ਸਾਰੇ ਲੀਡਰ ਜਿਉਂਦੇ ਨੇ ਜਿਹੜੇ ਉਹਨਾਂ ਮੀਟਿੰਗਾਂ ਹੀ ਸ਼ਾਮਲ ਹੁੰਦੇ ਰਹੇ। ਮੈਨੂੰ ਕਿਹਾ ਗਿਆ ਕਿ ਭਾਈ ਜਸਵੀਰ ਸਿੰਘ ਦੇ ਸਾਹਮਣੇ ਤੂੰ ਇਹ ਸਾਰੀਆਂ ਗੱਲਾਂ ਸਾਬਤ ਕਰੇਗਾ। ਮੈਂ ਕਿਹਾ ਜੀ ਲੈ ਕੇ ਆਓ। ਫਿਰ ਉਹ ਭੱਜੀ ਜਾਏ। ਅਖੀਰ ਇਹਨਾਂ ਨੂੰ ਖਾੜਕੂ ਖਰੜ ਵਿੱਚ ਸਰਦਾਰ ਹੁਸਨ ਸਿੰਘ ਹੁਸਨਾ ਦੇ ਟਿਕਾਣੇ ਤੇ ਲੈ ਕੇ ਆਏ। ਸਰਦਾਰ ਅਮਰਜੀਤ ਸਿੰਘ ਫੌਜੀ ਨਾਲ ਆਇਆ, ਬੁੱਧ ਸਿੰਘ ਵਾਲਾ ਵੀ ਆਇਆ, ਸਾਰੇ ਸ਼ਿਖਰਲੀ ਲੀਡਰਸ਼ਿਪ ਆਈ। ਆਮਨੇ ਸਾਹਮਣੇ ਬੈਠ ਕੇ ਮੈਂ ਇਹਨਾਂ ਨੂੰ ਕਿਹਾ ਔਰ ਮੰਨੇ, ਔਰ ਉੱਥੇ ਬਕਾਇਦਾ ਅਰਦਾਸ ਕਰਕੇ ਇਹਨਾਂ ਨੇ ਕਿਹਾ ਕਿ ਅਤਿੰਦਰਪਾਲ ਸਿੰਘ ਠੀਕ ਕਹਿ ਰਿਹਾ। ਗੱਲ ਵਿੱਚ ਪੱਲੂ ਪਾ ਕੇ ਇਹਨਾਂ ਨੇ ਕਿਹਾ ਜੋ ਸਜ਼ਾ ਲਾਣੀ ਹੈ ਲਾ ਦਿਓ। ਸਜ਼ਾ ਨੀਅਤ ਹੋਈ ਸੀ ਕਿ ਜੇ ਮੈਂ ਸਾਬਤ ਨਹੀਂ ਕਰਦਾ ਤੇ ਖਾੜਕੂ ਮੈਨੂੰ ਗੋਲੀ ਮਾਰ ਦੇਣਗੇ। ਮੈਂ ਨਿਹੱਥਾ ਗਿਆ ਸੀ, ਮੇਰੇ ਨਾਲ ਮੇਰੇ 3 ਸਾਥੀ ਹੋਰ ਸੀ, ਅਸੀਂ ਨਿਹੱਥੇ ਗਏ ਸੀ ਵੀ ਸਾਨੂੰ ਉੱਥੇ ਹੀ ਗੋਲੀ ਮਾਰ ਦਿਆ ਜੀ। ਔਰ ਜੇ ਗੱਲਾਂ ਸਾਬਤ ਹੋਣ ਤੇ ਸਾਡੀਆਂ ਗੱਲਾਂ ਮੰਨਿਆ ਜੇ, ਕਿਉਂਕਿ ਇਹ ਪੰਥ ਹਿੱਤ 'ਚ ਨੇ, ਖਾਲਿਸਤਾਨ ਦੇ ਹਿੱਤ 'ਚ ਨੇ। ਅਸੀਂ ਬਹੁਤ ਕੁਝ ਬਰਬਾਦੀ ਕਰਾ ਲਈ, ਹੁਣ ਕੁਝ ਨਿਰਮਾਣ ਕਰਕੇ ਦਈਏ। ਉੱਥੇ ਆ ਮੰਨੇ ਕਿ ਅਸੀਂ ਗਲਤ ਹਾਂ, ਪਰ ਸਜ਼ਾ ਨਹੀਂ ਦਿੱਤੀ ਕਿਸੇ ਨੇ ਵੀ। ਧੜੇਬਾਜ਼ੀ ਸਿਖਰ ਤੇ ਰਹੀ, ਜਾਤਵਾਦ ਸਿਖਰ ਤੇ ਰਿਹਾ। ਚਲੇ ਗਏ ਹਾਂ ਜੀ ਅਸੀਂ ਹੁਣ ਠੀਕ ਹਾਂ। ਫਿਰ ਦੁਬਾਰਾ ਮੀਟਿੰਗ ਹੋਈ, ਦੁਬਾਰਾ ਬੈਠੇ, ਕਹਿੰਦੇ ਜੀ ਅਸੀਂ ਤੁਹਾਡੀਆਂ ਪਾਲਿਸੀਆਂ ਨੂੰ ਮੰਨਾਂਗੇ, ਤੁਸੀਂ ਸਾਨੂੰ ਬਲੂ ਪ੍ਰਿੰਟ ਦਿਓ। ਮੈਂ ਇਹਨਾਂ ਨੂੰ ਬਲੂ ਪ੍ਰਿੰਟ ਦਿੱਤਾ ਕਿ ਇੰਝ ਪਾਰਟੀ ਬਣਾਵਾਂਗੇ। ਜਿਸ ਦਿਨ ਪਾਰਟੀ, ਅਸੀਂ ਅਗਸਤ ਵਿੱਚ ਪਾਰਟੀ ਦੀ ਡਿਕਲੇਰੇਸ਼ਨ ਕਰਨੀ ਸੀ, ਜਦੋਂ ਪਾਰਟੀ ਦੇ ਡਿਕਲੇਰੇਸ਼ਨ ਦੀ ਪੂਰੀ ਤਿਆਰੀ ਹੋ ਗਈ, ਸਾਰਾ ਕੁਝ ਹੋ ਗਿਆ, ਸਾਰੀਆਂ ਜਥੇਬੰਦੀਆਂ ਸਹਿਮਤ ਹੋ ਗਿਆ, ਅਸੀਂ ਅਕਾਲੀ ਦਲ ਦਾ ਪ੍ਰਮੁੱਖ ਕਿਹਨੂੰ ਬਣਾਉਣਾ ਵੀ ਸਹਿਮਤ ਹੋ ਗਏ, ਵਿੱਚ ਕਿਹੜੀ ਲੀਡਰਸ਼ਿਪ ਲੈ ਕੇ ਆਉਣੀ ਹੈ। ਕਿਉਂਕਿ ਮੈਂ ਹਮੇਸ਼ਾ ਕਿਹਾ ਸੀ ਜਿਹੜੀ ਰੂਪੋਸ਼ ਲੀਡਰਸ਼ਿਪ ਹੈ, ਜਿਸ ਦੇ ਸਿਰਾਂ ਤੇ ਇਨਾਮ ਨੇ, ਜਾਂ ਜਿਸ ਵੀ ਖਾੜਕੂ ਦੇ ਟੱਬਰ ਦੇ ਜਾਂ ਹੋਰ ਸਪੋਰਟਰ ਤੇ ਕੋਈ ਵੀ ਕੇਸ ਹੈਗਾ, ਉਹਨੂੰ ਅਸੀਂ ਪੋਲੀਟੀਕਲ ਪਾਰਟੀ 'ਚ ਨਹੀਂ ਲਵਾਂਗੇ। ਪੋਲੀਟੀਕਲ ਪਾਰਟੀ ਬਿਲਕੁਲ ਸੱਚੇ ਸੁੱਚੇ ਬੰਦਿਆਂ ਦੀ
ਬਿਨਾਂ ਵਾਂਟਡ ਬੰਦਿਆਂ ਦੀ ਚੱਲੇਗੀ ਤੇ ਉਹਨਾਂ ਤੇ ਅਸੀਂ ਕੋਈ ਜ਼ੋਰ ਵੀ ਨਹੀਂ ਪਾਵਾਂਗੇ। ਉਹਨਾਂ ਨੂੰ ਏਜੰਡਾ ਦੇ ਦਿੱਤਾ, ਉਹਨਾਂ ਤੇ ਨਿਗਰਾਨੀ ਕਰਾਂਗੇ। ਇਸ ਦੀ ਸਹਿਮਤੀ ਤੇ ਸਾਰੀ ਗੱਲ ਤੈਅ ਹੋਈ ਸੀ। ਇਸ ਗੱਲ ਨੂੰ ਤਾਰਪੀਡੋ ਕਰਵਾਇਆ ਗਿਆ। ਸਰਦਾਰ ਚਰਨਜੀਤ ਸਿੰਘ ਤਲਵੰਡੀ ਵੱਲੋਂ ਤਾਰਪੀਡੋ ਕਰਵਾਇਆ ਗਿਆ। ਮੇਰੀ ਗ੍ਰਿਫਤਾਰੀ ਵੀ ਉਸੇ ਨੇ ਕਰਵਾਈ, ਇਨਾਮ ਵੀ ਉਸੇ ਨੇ ਲਿਆ। ਠੋਕ ਕੇ ਕਹਿੰਦਾ ਮੈਂ ਗੱਲਾਂ, ਸੱਚ ਕਹਿੰਦਾ, ਚੁੱਭਦੀਆਂ ਤਾਂ ਨੇ ਸਾਰਿਆਂ ਨੂੰ। ਔਰ ਉਹਨੂੰ ਤਾਰਪੀਡੋ ਕਰਨ ਵਾਸਤੇ ਉਸ ਤੋਂ ਪਾਰਟੀ ਦੀ ਡਿਕਲੇਰੇਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਇਹਨਾਂ ਨੇ ਪੰਥਕ ਕਮੇਟੀ ਡਿਕਲੇਅਰ ਕਰ ਦਿੱਤੀ, ਡਾਕਟਰ ਸੋਹਣ ਸਿੰਘ ਵਾਲੀ, ਤੇ ਉਸ ਵਿੱਚ ਇੱਕ ਸੀਟ ਖਾਲੀ ਰੱਖ ਲਈ ਮੇਰੇ ਲਈ। ਫਿਰ ਮੈਨੂੰ ਆ ਕੇ ਸਰਦਾਰ ਦਲਜੀਤ ਸਿੰਘ ਬਿੱਟੂ ਵੀ ਮਿਲਿਆ, ਲਾਭ ਸਿੰਘ ਵੀ ਬਾਅਦ ਵਿੱਚ ਮਿਲਿਆ, ਚਰਨਜੀਤ ਤਲਵੰਡੀ ਵੀ ਇੱਕ ਵਾਰੀ ਬਾਅਦ ਵਿੱਚ ਮਿਲਿਆ ਡਿਕਲੇਰੇਸ਼ਨ ਕਰਨ ਤੋਂ ਬਾਅਦ। ਉਸ ਵੇਲੇ ਭਲਵਾਨ ਸਰਦਾਰ ਗੁਰਨਾਮ ਸਿੰਘ ਜੀ ਬਾਅਦ ਵਿੱਚ ਬੱਬਰਾਂ ਦੇ ਮਿਲੇ। ਬੁੱਧ ਸਿੰਘ ਵਾਲਾ ਵੀ ਕਹਿੰਦਾ ਜੀ ਤੁਸੀਂ ਹੁਣ ਪੰਥਕ ਕਮੇਟੀ ਸ਼ਾਮਲ ਹੋ, ਇਹਦੇ ਰਾਹੀਂ ਅਸੀਂ ਪੀਸਫੁਲੀ ਸੰਗਮ। ਮੈਂ ਕਿਹਾ ਬਿਲਕੁਲ ਵੀ ਨਹੀਂ, ਕਿਉਂਕਿ ਇਹ ਏਜੰਡਾ ਹੀ ਨਹੀਂ ਸੀ। ਅਸੀਂ ਪੋਲੀਟੀਕਲ ਪਾਰਟੀ ਬਣਾਉਣੀ ਸੀ। ਤੁਹਾਨੂੰ ਪੰਥਕ ਕਮੇਟੀ ਰਾਹੀਂ ਸਰਕਾਰ ਨੇ ਫਿਰ ਗੁੰਮਰਾਹ ਕਰ ਦਿੱਤਾ, ਤੁਸੀਂ ਮੰਨੋ ਚਾਹੇ ਨਾ ਮੰਨੋ। ਔਰ ਕਈ ਪੰਥਕ ਕਮੇਟੀਆਂ ਬਣਵਾਓਗੇ ਹੁਣ ਤੁਸੀਂ, ਔਰ ਉਹੀ ਹੋਇਆ। ਇਹ ਜਿਉਂਦੇ ਨੇ, ਪੁੱਛ ਲਓ ਇਹਨਾਂ ਨੂੰ, ਕਹੀਆਂ ਸੀ ਸਾਰੀਆਂ ਗੱਲਾਂ। ਮੈਂ ਤਾਂ ਹਰ ਚੀਜ਼, ਮੇਰੀ ਪੂਰੀ ਜ਼ਿੰਦਗੀ ਖੁੱਲੀ ਕਿਤਾਬ ਹੈ। ਮੁਖਰ ਹੋ ਕੇ ਬੋਲਦਾ ਕਿਉਂਕਿ ਸੱਚ ਬੋਲਦਾ। ਜੋ ਗੱਲਾਂ ਕਹੀਆਂ ਨੇ ਜਿਨ੍ਹਾਂ ਨੂੰ, ਉਹਨਾਂ ਦੇ ਮੂੰਹ ਤੇ ਕਹਿੰਦਾ। ਤੁਹਾਨੂੰ ਪਸੰਦ ਨਹੀਂ ਆਉਂਦੀਆਂ। ਮੈਂ ਪੰਥਕ ਕਮੇਟੀ 'ਚ ਸ਼ਾਮਲ ਹੋਣ ਤੋਂ ਨਾ ਕਰਤਾ, ਜਿਸ ਕਰਕੇ ਮੇਰੀ ਗ੍ਰਿਫਤਾਰੀ ਕਰਾਈ ਗਈ। ਮੈਂ ਪੰਥਕ ਕਮੇਟੀ ਦਾ ਵਿਰੋਧ ਵੀ ਕੀਤਾ, ਜਿਸ ਕਰਕੇ ਮੇਰੀ ਗ੍ਰਿਫਤਾਰੀ ਕਰਵਾਈ ਗਈ। ਚਲੋ ਕੋਈ ਗੱਲ ਨਹੀਂ। ਮੈਂ ਇਸ ਕਰਕੇ ਤੁਹਾਨੂੰ ਕਹਿ ਰਿਹਾ ਕਿ ਏਜੰਡੇ ਮੇਰੇ ਸ਼ੁਰੂ ਤੋਂ ਸਪਸ਼ਟ ਰਹੇ ਨੇ, ਕੌਮ ਦੇ ਹਿੱਤ 'ਚ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਸਾਹਿਬ ਜੀ ਦੇ ਧਰਮ ਤੁਜਾ ਫਹਿਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕੋ, ਨਾਨਕ ਰਾਜ ਚਲਾਇਆ ਸਤ ਕੋਟ ਸਤਾਨੀ ਨੀਂਦ ਦੇ ਏਜੰਡੇ ਨੂੰ ਹਾਸਲ ਕਰਨ ਲਈ ਰਹੇ ਨੇ, ਨਾਨਕਸ਼ਾਹੀ ਪ੍ਰਣਾਲੀ ਨੂੰ ਹਾਸਲ ਕਰਨ ਲਈ ਰਹੇ ਨੇ। ਮੈਂ ਤਾਂ ਸ਼ੁਰੂ ਤੋਂ ਕਿਹਾ, ਨਾ ਜਿਹੜਾ ਮਰਜ਼ੀ ਦੇ ਲਿਆ ਜੇ, ਜੋ ਦੁਸ਼ਮਣ ਨੂੰ ਪਸੰਦ ਆ ਉਹ ਦੇ ਲੈ, ਜੋ ਭਾਰਤ ਦੇ ਸੰਵਿਧਾਨ ਨੂੰ ਪਸੰਦ ਆ ਉਹ ਦੇ ਲੈ। ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਤਾਂ ਆਪਣਾ ਏਜੰਡਾ ਚਾਹੀਦਾ। ਕੀ ਇਤਰਾਜ਼ ਹੈ ਜੀ ਇਸ ਗੱਲ ਵਿੱਚ? ਹੁਣ ਅੱਜ ਇਹ ਸਾਰੇ ਇਹ ਗੱਲਾਂ ਕਹਿਣ ਲੱਗ ਗਏ। ਹੁਣ ਤਾਂ ਸਿੱਖ ਫਾਰ ਜਸਟਿਸ ਵਾਲੇ ਵੀ ਮੁੜ ਕੇ ਆਪਣੀਆਂ ਗੱਲਾਂ ਤੋਂ ਮੁੱਕਰ ਗਏ ਨੇ ਤੇ ਇਹਨਾਂ ਏਜੰਡਿਆਂ ਤੇ ਆ ਰਹੇ ਨੇ। ਮਾਨ ਸਾਹਿਬ ਵੀ ਆ ਗਏ, ਦਲ ਖਾਲਸਾ ਵੀ ਆ ਗਿਆ। ਸਾਰੇ ਹੀ ਕਹਿੰਦੇ ਨੇ ਜੀ ਹੁਣ ਤਾਂ ਅਸੀਂ ਡੈਮੋਕ੍ਰੈਟਿਕਲੀ ਇਹ ਸੰਘਰਸ਼ 'ਚ, ਪਰ ਕਿਸੇ ਦੀ ਵੀ ਹਿੰਮਤ ਨਹੀਂ ਪਈ, ਕਿਉਂਕਿ ਦਾਸ ਦੀਆਂ ਕੀਤੀਆਂ ਪ੍ਰਾਪਤੀਆਂ ਨੂੰ ਮਾਨਤਾ ਨਹੀਂ ਦੇਣਾ ਚਾਹੁੰਦੇ। ਪ੍ਰਾਪਤੀ ਕੀਤੀ ਹੋਈ ਹੈ। ਮਾਨ ਸਾਹਿਬ ਲਈ ਕੀ ਔਖਾ ਸੀ? 22 ਇਲੈਕਸ਼ਨਾਂ ਲੜ ਚੁੱਕੇ ਨੇ। 2007 ਤੋਂ ਬਾਅਦ ਇਲੈਕਸ਼ਨ ਕਮਿਸ਼ਨਰ ਤੋਂ ਮੈਂ ਮੈਨੀਫੈਸਟੋ ਔਰ ਏਜੰਡਾ ਔਰ ਮੋਟਿਵਸ ਕਲੀਅਰ ਕਰਾਇਆ ਹੋਇਆ। ਸਿਰਫ ਉਹਨਾਂ ਨੇ ਤੇ ਆਪਣਾ ਮੈਨੀਫੈਸਟੋ ਹੀ ਦੇਣਾ ਸੀ ਨਾ। ਨਾ ਮੇਰਾ ਨਾਂ ਲਓ, ਨਾ ਤੁਹਾਨੂੰ ਇੰਨੀ ਐਲਰਜੀ ਹੈ, ਤੁਸੀਂ ਦੁਸ਼ਮਣ ਦੇ ਏਜੰਡਿਆਂ ਤੇ ਤੁਰਦੇ ਹੋ, ਨਾ ਤੁਰੋ ਪੰਥ ਦੇ ਏਜੰਡੇ ਤੇ, ਨਾ ਲਓ ਮੇਰਾ ਨਾਂ। ਤੁਸੀਂ ਕਹੋ ਅਸੀਂ ਖਾਲਿਸਤਾਨ ਲਈ ਸਿੱਧੀ ਵੋਟ ਮੰਗਾਂਗੇ, ਕਰੋ ਤਾਂ ਸਹੀ ਨਾ ਜੁਰਤ। ਮੈਦਾਨ ਇਹਨਾਂ ਲਈ ਛੱਡਿਆ। ਮੈਂ ਹੁਣ ਵੋਟਾਂ ਦੇ ਮੈਦਾਨ ਵਿੱਚ ਨਹੀਂ ਆ ਰਿਹਾ। ਕੌਮ ਨੂੰ ਜਾਗਰਤ ਕਰ ਰਿਹਾ, ਕੌਮ ਦੀ ਮਨੋਬਿਰਤੀ ਨੂੰ ਖੜਾ ਕਰ ਰਿਹਾ ਕਿ ਸਾਡੀ ਨਾਨਕਸ਼ਾਹੀ ਮਨੋਬਿਰਤੀ ਨਾ ਖੜੀ ਹੋਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਆ ਦੇ ਸਿੱਖੀ ਆਚਰਨ ਪੈਦਾ ਹੋਈ। ਇਸ ਨਮਿਤੋਂ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਸਾਡੇ ਏਜੰਡੇ ਤੇ ਬਾਕੀ ਕੁਝ ਵੀ ਨਹੀਂ ਹੈ। ਤੇ ਅੱਜ ਤੋਂ ਕਿਉਂਕਿ ਇਹ ਲੋਕ ਫਿਰ ਮੋਕ ਮਾਰ ਗਏ, ਮੁੱਕਰ ਗਏ। ਬਾਰ-ਬਾਰ ਖਾਲਸਾ ਪੰਥ ਨੂੰ ਸਮਝਾ ਰਿਹਾ ਕਿ ਇਹੀ ਲੋਕ ਨੇ ਜਿਨ੍ਹਾਂ ਨੇ 2000 ਤੋਂ ਵੱਧ ਗੱਡੀਆਂ ਤੇ ਖਾਲਿਸਤਾਨ ਲਿਖਿਆ ਗਿਆ ਸੀ। 3 ਵਾਰ ਅਸੀਂ ਮੈਨੀਫੈਸਟੋ ਦੇ ਕੇ ਚੋਣਾਂ ਲੜ ਕੇ ਦਿਖਾ ਦਿੱਤੀਆਂ। ਇਹਨਾਂ ਲੋਕਾਂ ਨੇ ਸਰਕਾਰੀ ਏਜੰਡੇ ਨੂੰ ਪੂਰਾ ਕਰਾਉਣ ਲਈ ਖਾਲਿਸਤਾਨ ਸ਼ਬਦ ਕਹਿ ਕੇ ਉਹਨੂੰ ਬਦਨਾਮ ਕਰਾਇਆ ਤੇ ਇਲੈਕਸ਼ਨਾਂ ਤੇ ਬੈਨ ਲਵਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਇਹ ਸੰਘਰਸ਼ ਦੇ ਪੜਾਅ ਹੁੰਦੇ ਨੇ ਕਿ ਕਦੇ ਅੱਗੇ ਵਧੋ, ਕਦੇ ਪਿੱਛੇ ਹਟ ਜਾਓ, ਪਰ ਆਪਣਾ ਏਜੰਡਾ ਨਾ ਛੱਡੋ। ਏਜੰਡੇ ਨੂੰ ਕਾਮਯਾਬ ਰੱਖੋ। ਜੋ ਮੇਰਾ ਸੰਘਰਸ਼ ਹੋਣਾ ਹੈ ਕਿ ਜੋ ਮੈਂ ਪ੍ਰਾਪਤੀਆਂ ਕੀਤੀਆਂ ਨੇ ਖਾਲਿਸਤਾਨ ਦੀਆਂ, ਉਹਨੂੰ ਕੋਈ ਨੇਸਤਨਾਬੂਦ ਨਾ ਕਰ ਸਕਿਆ। ਤਾਕਤਾਂ ਨੇਸਤਨਾਬੂਦ ਕਰਨ ਵਾਸਤੇ ਸਾਰੇ ਕੰਮ ਕਰ ਰਹੀਆਂ ਨੇ। ਬਾਰ-ਬਾਰ ਸਿੱਖ ਕੌਮ ਨੂੰ ਸਮਝਾ ਰਿਹਾ, ਤੁਹਾਨੂੰ ਨਹੀਂ ਆ ਰਹੀ ਸਮਝ, ਕੋਈ ਗੱਲ ਨਹੀਂ,
ਮੇਰਾ ਫਰਜ਼ ਹੈ, ਮੈਂ ਤਾਂ ਗੁਰੂ ਘਰ ਦਾ ਕੁੱਕਰ ਹਾਂ, ਭੌਂਕੀ ਜਾਵਾਂਗਾ ਗੁਰੂ ਘਰ ਦੇ ਹੱਕ 'ਚ ਕਿ ਭਾਈ ਆ ਚੋਰ ਆ ਗਏ ਜੇ, ਆ ਉਚੱਕੇ ਆ ਗਏ ਜੇ, ਆ ਠੱਗ ਆ ਗਏ ਜੇ, ਬਚੋ ਬਚੋ ਬਚੋ। ਤੁਸੀਂ ਨਹੀਂ ਬਚਣਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਆਪਣਾ ਘਰ ਲੁਟਾਉਣਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਪਰ ਘੱਟੋ ਘੱਟ ਹੈ ਤਾਂ ਨਾ ਕੌਮ ਵਿੱਚ ਕੋਈ ਲਿਖਤ ਵਿੱਚ ਆਏ ਇਤਿਹਾਸ ਵਿੱਚ ਕਿ ਕੋਈ ਉਸ ਵੇਲੇ ਜਿਉਂਦੇ ਹੀ ਨਹੀਂ ਸੀ ਪਈ, ਕੋਈ ਸਿਰਧਾਰੀ ਹੀ ਨਹੀਂ ਸੀ, ਸਾਰੇ ਸਿਰਗੁਮ ਸੀ ਕਿ ਜਿਨ੍ਹਾਂ ਨੇ ਕੌਮ ਨੂੰ ਅਗਾਹ ਕੀਤਾ ਹੋਵੇ। ਦਾਸ ਇਸ ਚੀਜ਼ ਦਾ ਪਰਚਮ ਲੈ ਕੇ ਤੁਰ ਰਿਹਾ ਕਿ ਨਹੀਂ ਅਸੀਂ ਹੈਗੇ ਹਾਂ। ਤੇ ਹੁਣ ਫਿਰ ਕਿਉਂਕਿ ਇਹ ਸਾਰੇ ਭਗੌੜੇ ਹੋ ਚੁੱਕੇ ਨੇ, ਤੁਹਾਡੇ ਸਾਹਮਣੇ ਆ ਗਿਆ, ਅਸੀਂ ਫਿਰ ਖਾਲਿਸਤਾਨ ਦਾ ਨਾਂ ਲੈ ਕੇ ਤੁਰਦੇ ਰਹਾਂਗੇ। ਇਸ ਅਹਿਦ ਨਾਲ ਅੱਜ ਤੁਹਾਨੂੰ ਆਪਣੇ ਇਹ ਲਫ਼ਜ਼ ਸਮਰਪਿਤ ਕਰ ਰਿਹਾ, ਤੁਹਾਡੇ ਚਰਨਾਂ 'ਚ ਧਰ ਰਿਹਾ। ਆਪਣੀ ਚਰਨ ਧੂੜ ਦਿਆ ਜੇ, ਗੱਲਾਂ ਨੂੰ ਸਮਝਿਆ ਜੇ, ਮੁਖਾਲਫਤ ਚਾਹੇ ਕਰੋ ਪਰ ਸਮਝ ਕੇ ਕਰੋ। ਉਸ ਵਿੱਚੋਂ ਵੀ ਕਿਸੇ ਏਜੰਡੇ ਨੂੰ ਅੱਗੇ ਵਧਾਉਣ ਵਾਲੀ ਸੂਝ ਸਾਨੂੰ ਵੀ ਦਿਓ। ਅਸੀਂ ਸੰਪੂਰਨ ਨਹੀਂ ਹਾਂ, ਬਹੁਤ ਗਲਤੀਆਂ ਹੋਣਗੀਆਂ ਮਨੁੱਖ ਕੋਲੋਂ। ਜਿਹੜਾ ਵੀ ਮਨੁੱਖ ਕੰਮ ਕਰੇਗਾ ਗਲਤੀਆਂ ਉਸ ਤੋਂ ਹੋਣਗੀਆਂ, ਜਿਹਨੇ ਕੰਮ ਹੀ ਨਹੀਂ ਕਰਨਾ ਫਿਰ ਉਸ ਤੋਂ ਗਲਤੀਆਂ ਨਹੀਂ ਹੋਣਗੀਆਂ। ਤੇ ਫਿਰ ਜਿਹੜੀਆਂ ਸੰਸਥਾਵਾਂ ਮਿੱਥ ਕੇ ਕਿਸੇ ਤੋਂ ਪ੍ਰਯੋਜਿਤ ਹੋ ਕੇ ਚੱਲਣਗੀਆਂ, ਉਹ ਮਿੱਥੀਆਂ ਹੀ ਐਸੇ ਲਈ ਜਾਂਦੀਆਂ ਨੇ ਕਿ ਤੁਸੀਂ ਇਹਨਾਂ ਨਿਸ਼ਾਨਿਆਂ ਨੂੰ ਨੇਸਤਾਨਾਬੂਦ ਕਰਨਾ। ਉਹਨਾਂ ਸੰਸਥਾਵਾਂ ਤੋਂ, ਉਹਨਾਂ ਜਥੇਬੰਦੀਆਂ ਤੋਂ, ਉਹਨਾਂ ਆਗੂਆਂ ਤੋਂ ਬਚੋ। ਇੰਨੇ ਵਿਚਾਰਾਂ ਨੂੰ ਸਮਝੋ, ਆਪਣੀ ਮਨੋਬਿਰਤੀ ਨੂੰ ਜਾਗਰਤ ਕਰੋ, ਆਪਣੇ ਮਨੋਬਲ ਨੂੰ ਉੱਚਾ ਕਰੋ, ਆਪਣੇ ਆਚਰਣ ਨੂੰ ਨਾਨਕਸ਼ਾਹੀ ਪ੍ਰਣਾਲੀ ਦੇ ਹਿਸਾਬ ਨਾਲ ਨੀਅਤ ਕਰੋ, ਅਨੁਸ਼ਾਸਿਤ ਕਰੋ। ਆਪਣੇ ਟੱਬਰਾਂ ਤੋਂ ਨਾਨਕਸ਼ਾਹੀ ਪ੍ਰਣਾਲੀ ਲਾਗੂ ਕਰੋ। ਸਮਾਜ ਵਿੱਚ ਫੇਰ ਆਏਗੀ। ਜੇ ਸਮਾਜ ਵਿੱਚ ਆ ਗਈ ਤੇ ਵੋਟ ਪਾਵਰ ਬਣੇਗੀ, ਵੋਟ ਪਾਵਰ ਬਣੇਗੀ ਤਾਂ ਤੁਸੀਂ ਪੰਜਾਬ ਵਿਧਾਨ ਸਭਾ ਵਿੱਚ ਖਾਲਿਸਤਾਨ ਨੂੰ ਬਹੁਮਤ ਦੇ ਕੇ ਜਿਤਾਓਗੇ, ਤਾਂ ਨਾਨਕਸ਼ਾਹੀ ਪ੍ਰਣਾਲੀ ਲਾਗੂ ਹੋ ਸਕੇਗੀ। ਇਹ ਜੇ ਪੜਾ ਡਰ ਪੈ ਸਾਰਿਆਂ ਨੂੰ, ਮੈਂ ਸਹਿ ਲਿਆ, ਪ੍ਰੈਸ਼ਰ ਸਾਰਾ ਮੈਂ ਸਿਆ, ਮੇਰੇ ਟੱਬਰ ਨੇ ਸਿਆ, ਟਾਰਚਰ ਸਾਰਾ ਮੈਂ ਸਿਆ, ਮੇਰੇ ਟੱਬਰ ਨੇ ਸਿਆ, ਮੇਰੀਆਂ ਧੀਆਂ ਨੇ ਸਿਆ, ਗਾਲਾਂ ਅਸੀਂ ਸਹੀਆਂ ਨੇ, ਪਰ ਹੁਣ ਅਸੀਂ ਪ੍ਰਾਪਤੀਆਂ ਕਰਕੇ ਦੇ ਦਿੱਤੀਆਂ। ਹੁਣ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ। ਤੇ ਤੁਸੀਂ ਫੇਰ ਵੀ ਜੇ ਡਰੀ ਜਾਓ ਤੇ ਫੇਰ ਵੀ ਮੇਰੇ ਤੇ ਹੀ ਸਵਾਲ ਕਰੀ ਜਾਓ, ਫਿਰ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਪੱਧਰ ਤੇ ਜਾਤੀ ਕਰ ਰਹੇ ਹੋ। ਆਓ ਇਕਮੁੱਠ ਹੋਈਏ, ਗੁਰੂ ਨਾਨਕ ਦੀ ਨਾਨਕਸ਼ਾਹੀ ਪ੍ਰਣਾਲੀ ਲਈ, ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਜੀਵਨਾ ਆਰੰਭ ਕਰੀਏ। ਤੇ ਗੁਰੂ ਗ੍ਰੰਥ ਗੁਰੂ ਪੰਥ ਦੇ ਹਲੇਮੀ ਰਾਜ, ਗੁਰੂ ਗ੍ਰੰਥ ਅਤੇ ਗੁਰੂ ਪੰਥ ਸਾਹਿਬ ਜੀ ਦੇ ਹਲੇਮੀ ਰਾਜ ਦੀ ਮੈਂ ਗੱਲ ਕਰ ਰਿਹਾ, ਹਲੀਮੀ ਰਾਜ, ਨਾ ਤਸਵੀਸ ਨਾ ਖਿਰਾਜ, ਕੁਛ ਵੀ ਨਹੀਂ, ਉਸ ਰਾਜ ਦੀ ਮੈਂ ਗੱਲ ਕਰ ਰਿਹਾ। ਕਿਸ ਹਲੇਮੀ ਰਾਜ ਦੀ? ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਬੂਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸੰਕਲਪ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸ ਰਾਜ ਦੀ ਗੱਲ ਕਰਦੇ ਨੇ? ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹੋ ਨਹੀਂ ਤਿਹ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਸ ਰਾਜ ਨੂੰ ਖਾਲਿਸਤਾਨ ਕਹਿੰਦੇ ਨੇ। ਅਸੀਂ ਇਸ ਰਾਜ ਨਮਿਤ ਪੰਜਾਬ ਵਿਧਾਨ ਸਭਾ ਰਾਹੀਂ, ਪੰਜਾਬ ਵਿੱਚ ਅਜਿਹੀ ਨਾਨਕਸ਼ਾਹੀ ਪ੍ਰਣਾਲੀ ਰਾਹੀਂ ਪੰਜਾਬ ਦੀ ਸਾਰੀ ਫਿਜ਼ਾ ਨੂੰ ਬਦਲ ਦੇਣਾ ਚਾਹੁੰਦੇ ਹਾਂ। ਪੰਜਾਬ ਦੀ ਅੰਦਰੂਨੀ ਵਿਵਸਥਾ ਦੀ ਪ੍ਰਣਾਲੀ ਨੂੰ ਬਦਲ ਦੇਣਾ ਚਾਹੁੰਦੇ ਹਾਂ। ਅਸੀਂ ਪ੍ਰਣਾਲੀ ਲਈ ਕੰਮ ਕਰ ਰਹੇ ਹਾਂ, ਅਸੀਂ ਵਿਵਸਥਾ ਲਈ ਕੰਮ ਕਰ ਰਹੇ ਹਾਂ, ਅਸੀਂ ਕਾਨੂੰਨ ਲਈ ਕੰਮ ਕਰ ਰਹੇ ਹਾਂ, ਅਸੀਂ ਨਿਆਂ ਲਈ ਕੰਮ ਕਰ ਰਹੇ ਹਾਂ, ਅਸੀਂ ਵਿੱਦਿਆ ਲਈ ਕੰਮ ਕਰ ਰਹੇ ਹਾਂ, ਅਸੀਂ ਆਰਥਿਕਤਾ ਲਈ ਕੰਮ ਕਰ ਰਹੇ ਹਾਂ, ਸਰਬ ਸਾਂਝੀਵਾਲਤਾ ਲਈ ਕੰਮ ਕਰ ਰਹੇ ਹਾਂ, ਕਿਰਤ ਦੇ ਸਿਧਾਂਤ ਨੂੰ ਸਥਾਪਿਤ ਕਰਨ ਲਈ ਨਾਮ ਜਪੋ, ਕਿਰਤ ਜਪੋ, ਵੰਡ ਛਕੋ, ਜਿੱਥੇ ਦਸਵੰਧ ਤੋਂ ਵੱਧ ਟੈਕਸ ਨਹੀਂ ਹੋਣਗੇ, ਅਸੀਂ ਉਸ ਲਈ ਕੰਮ ਕਰ ਰਹੇ ਹਾਂ। ਅਸੀਂ ਇੱਕ ਅਜਿਹਾ ਸੂਬਾ ਚਾਹੁੰਦੇ ਹਾਂ ਜਿੱਥੇ ਅਸੀਂ ਆਪਣੇ ਇਸ ਵਿਧਾਨ ਔਰ ਅਜਿਹੀ ਪ੍ਰਣਾਲੀ, ਕਾਨੂੰਨ ਦੀ ਪ੍ਰਣਾਲੀ ਰਾਹੀਂ
ਇੱਕ ਰੋਲ ਮਾਡਲ ਭਾਰਤ ਨੂੰ ਵੀ ਤੇ ਦੁਨੀਆ ਨੂੰ ਵੀ ਦੇ ਸਕੀਏ। ਹੋ ਸਕਦਾ ਕੱਲ ਪੂਰਾ ਭਾਰਤ ਫਿਰ ਆਪਣੇ ਸੰਵਿਧਾਨ ਵਿੱਚ ਇਸੇ ਰੋਲ ਮਾਡਲ ਨੂੰ ਅਖਤਿਆਰ ਕਰ ਲਏ। ਸਾਡਾ ਕੋਈ ਵੱਖਵਾਦ ਨਹੀਂ ਹੈ, ਕੋਈ ਅੱਤਵਾਦ ਨਹੀਂ ਹੈ। ਇਹ ਭਾਰਤ ਦੇ ਉਹਨਾਂ ਹਿੰਦੂਤਵਵਾਦੀਆਂ ਦਾ ਵੱਖਵਾਦ ਤੇ ਅੱਤਵਾਦ ਹੈ ਜਿਹੜੇ ਸਾਨੂੰ ਮਿੱਥ ਕੇ ਜਾਣ ਬੁੱਝ ਕੇ ਖਾਲਿਸਤਾਨ ਦੇ ਨਾਂ ਤੇ ਅੱਤਵਾਦੀ ਵੱਖਵਾਦੀ ਗਰਦਾਉਂਦੇ ਨੇ, ਤੇ ਉਹਨਾਂ ਨਾਲ ਰਲੀਆਂ ਹੋਈਆਂ ਉਹਨਾਂ ਤਾਕਤਾਂ ਦਾ ਜਿਹੜੇ ਨਾਅਰੇ ਮਾਰ ਕੇ ਗਾਲਾਂ ਕੱਢ ਕੇ ਕਦੇ ਤਿਰੰਗੇ ਦਾ, ਕਦੇ ਫਲਾਣੇ ਦਾ, ਕਦੇ ਢਿੰਗਾਣੇ ਦਾ ਅਪਮਾਨ ਕਰਕੇ ਕਹਿੰਦੇ ਨੇ। KLO ਨੇ ਵੀ ਕਿਹਾ ਸੀ, ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨੀ ਬਣਾ ਕੇ ਵੀ ਦਾਸ ਨੇ ਕਿਹਾ ਸੀ ਕਿ ਅਸੀਂ ਦੁਨੀਆ ਭਰ ਵਿੱਚ ਇੱਕ ਰੋਲ ਮਾਡਲ ਦੇਣਾ ਹੈ, ਤੇ ਸਾਡਾ ਸਮੁੱਚੀ ਦੁਨੀਆ ਦੇ ਸਿੱਖਾਂ ਨੂੰ ਸਿੱਧਾ ਸੰਦੇਸ਼ ਹੈ ਕਿ ਜਿਹੜੇ ਮੁਲਕ ਵਿੱਚ ਰਹਿ ਰਹੇ ਹੋ ਉਸ ਮੁਲਕ ਦੇ ਕਾਨੂੰਨ ਨੂੰ ਮੰਨੋ, ਉਸ ਮੁਲਕ ਦੇ ਸੰਵਿਧਾਨ ਨੂੰ ਮੰਨੋ, ਉਸ ਮੁਲਕ ਦੀ ਵਿਵਸਥਾ ਨੂੰ ਮੰਨੋ, ਉਸ ਮੁਲਕ ਦੇ ਕਾਇਦੇ ਕਾਨੂੰਨਾਂ ਅਨੁਸਾਰ ਆਪਣਾ ਜੀਵਨ ਅਨੁਸ਼ਾਸਿਤ ਰਹਿ ਕੇ ਜੀਓ, ਪਰ ਪੁਨਰ ਸੁਰਜੀਤੀ ਲਈ ਨਾਨਕਸ਼ਾਹੀ ਖਾਲਸਤਾਈ ਪ੍ਰਣਾਲੀ ਲਈ ਕੰਮ ਕਰੋ, ਕਿਉਂਕਿ ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਹਰ ਦੇਸ਼ ਦਾ ਕਾਨੂੰਨ ਤੁਹਾਨੂੰ ਇਸ ਨਿਮਿਤ ਸੰਗਠਿਤ ਹੋਣ ਦੀ, ਆਵਾਜ਼ ਬੁਲੰਦ ਕਰਨ ਦੀ, ਸੱਤਾ ਵਿੱਚ ਆਉਣ ਦੀ, ਸਰਕਾਰ ਬਣਾਉਣ ਦੀ ਭਾਰਤ ਦੇ ਕਾਨੂੰਨ ਸਮੇਤ ਪ੍ਰਵਾਨਗੀ ਦਿੰਦਾ ਹੈ। ਇਹ ਦਾਸ ਦਾ ਸੰਦੇਸ਼ ਸ਼ੁਰੂ ਤੋਂ ਰਿਹਾ। ਜਿਹੜੇ ਸਾਨੂੰ ਵਿਦੇਸ਼ਾਂ ਵਿੱਚ ਬੈਠ ਕੇ ਕਹਿ ਦਿੰਦੇ ਨੇ ਕਾਨੂੰਨ ਤੋੜੋ, ਉਹ ਆਪਣੇ ਦੇਸ਼ ਦਾ ਫਿਰ ਕਾਨੂੰਨ ਕਿਉਂ ਨਹੀਂ ਤੋੜਦੇ? ਜਰਾ ਗਿਰੇਵਾਨ ਹੀ ਝਾਂਕ ਕੇ ਝਾਤੀ ਮਾਰੋ, ਫਿਰ ਉਹ ਗੱਲਾਂ ਕਰਿਆ ਜੇ ਜਿਹੜੀਆਂ ਗੱਲਾਂ ਤੁਸੀਂ ਆਪੋ ਆਪਣੇ ਮੁਲਕਾਂ ਵਿੱਚ ਬੈਠ ਕੇ ਆਪੋ ਆਪਣੇ ਮੁਲਕ ਦਾ ਅਨੁਸ਼ਾਸਨ, ਕਾਨੂੰਨ, ਨਿਆਂ, ਸਮਾਜਿਕਤਾ ਨੂੰ ਭੰਗ ਕਰਨ ਲਈ ਜਿਹੜੇ ਕੰਮ ਤੁਸੀਂ ਉੱਥੇ ਕਰ ਸਕਦੇ ਹੋ, ਉਹੀ ਕੰਮ ਕਰਨ ਲਈ ਸਾਡੇ ਨੌਜਵਾਨਾਂ ਨੂੰ ਤੁਸੀਂ ਕਹੋ। ਜੇ ਨਹੀਂ ਕਰ ਸਕਦੇ ਤਾਂ ਬਿਲਕੁਲ ਨਾ ਕਹੋ। ਇਹੀ ਦੋਗਲਾਪਨ ਹੈ। ਇਹੀ ਉਹ ਖਾਲਿਸਤਾਨ ਦਾ ਨਕਸ਼ਾ ਸੀ ਜਿਸ ਨਕਸ਼ੇ ਵਿੱਚ ਇਹਨਾਂ ਲੋਕਾਂ ਨੇ 11 ਦੇਸ਼ਾਂ ਦੀ ਧਰਤੀ ਨੂੰ ਨੱਪਣ ਦੇ ਮਨਸੂਬੇ ਬਣਾਏ ਹੋਏ ਨੇ। ਤੇ ਤੁਸੀਂ ਕਹਿੰਦੇ ਹੋ ਸਾਡੀ ਕੋਈ ਸਪੋਰਟ ਨਹੀਂ ਕਰਦਾ। ਹੁਣ ਮਾਨ ਸਾਹਿਬ ਕਹਿੰਦੇ ਨੇ ਸਾਡੇ ਕੋਲ ਕੋਈ ਭੱਜਣ ਦੀ ਥਾਂ ਨਹੀਂ। ਭੱਜਣਾ ਕਾਹਦੇ ਲਈ ਹੈ? ਤੁਸੀਂ ਭਜਾ ਲਏ ਜਿੰਨੇ ਭਜਾਣੇ ਸੀ, ਹੁਣ ਭਜਾਵਾਂਗੇ। ਜੇ ਇੰਜ ਦੀਆਂ ਕਾਰਨਾਮੇ ਕਰੋਗੇ ਕਿ 11 ਮੁਲਕਾਂ ਦੀ ਅਸੀਂ ਧਰਤੀ ਨੂੰ ਨੱਪ ਲੈਣਾ, ਤੁਹਾਡੀ ਕੌਣ ਹਮਾਇਤ ਕਰੇਗਾ? ਕਿ ਮੂਰਖਤਾ ਨਹੀਂ ਹੈ? ਦਾਸ ਨੇ ਏਜੰਡਾ ਸਿੱਧਾ ਦਿੱਤਾ, ਪੰਜਾਬ ਵਿਧਾਨ ਸਭਾ ਦੀ ਟੈਰੇਟਰੀ, ਪੰਜਾਬ ਵਿਧਾਨ ਸਭਾ ਰਾਹੀਂ ਅਸੀਂ ਜੋ ਕੁਝ ਵੀ ਕਰਨਾ ਸ਼ਾਂਤਮਈ ਲੀਗਲ ਵੇਜ ਕਰਨਾ। ਜੋ ਕੁਝ ਵੀ ਤੁਸੀਂ ਕਰਨਾ ਤੁਸੀਂ ਵੀ ਸ਼ਾਂਤਮਈ ਤੇ ਲੀਗਲ ਵੇਜ ਆਪੋ ਆਪਣੇ ਦੇਸ਼ਾਂ ਦੇ ਕਾਨੂੰਨ ਦੇ ਅੰਦਰ ਰਹਿ ਕੇ ਕਰੋ। ਬਿਲਕੁਲ ਕਾਨੂੰਨ ਨਹੀਂ ਤੋੜਨਾ, ਕੋਈ ਮੁਜਰਮਾਨਾ ਕੰਮ ਨਹੀਂ ਕਰਨਾ, ਕਿਸੇ ਪੱਧਰ ਤੇ ਵੀ ਸੰਵਿਧਾਨ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ। ਇਸੇ ਵਿੱਚ ਹੀ ਖਾਲਿਸਤਾਨ ਦੀ ਪ੍ਰਾਪਤੀ ਸੰਭਵ ਜੇ, ਇਸੇ ਵਿੱਚ ਹੀ ਨਿਸ਼ਾਨਾ ਸਾਨੂੰ ਮਿਲੇਗਾ, ਮੰਜ਼ਿਲ ਮਿਲੇਗੀ। ਕਿਉਂ ਤੇ ਕਿਵੇਂ? ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਸਾਨੂੰ ਸਮਝਾ ਰਹੇ ਨੇ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸਿਉ ਆਹੀ। ਇੱਕ ਓੰਕਾਰ ਤੋਂ ਆਣੀ ਹੈ, ਅਕਾਲ ਤੋਂ ਆਉਣੀ ਹੈ, ਇੱਕ ਦਾ ਹੀ ਬੰਦਾ ਹੀ ਹੈ ਖਾਲਸਾ। ਇਤਨੀਆਂ ਗੱਲਾਂ ਨੂੰ ਪ੍ਰਵਾਨ ਕਰਿਆ ਜੇ। ਜੇ ਵੀਡੀਓ ਸਮਝ ਨਾ ਆਈ 2 ਵਾਰੀ 3 ਵਾਰੀ 4 ਵਾਰੀ ਸੁਣ ਲਿਆ ਜੇ। ਹੱਥ ਜੋੜ ਕੇ ਬੇਨਤੀ ਹੈ, ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਜੇ, ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, ਵੱਧ ਤੋਂ ਵੱਧ ਲਾਈਕ ਕਰਿਆ ਜੇ। ਆਪਣੇ ਕਮੈਂਟਸ ਦਿਸ਼ਾ ਦੇਣ ਲਈ, ਮੰਜ਼ਿਲ ਤੱਕ ਪਹੁੰਚਣ ਲਈ ਜ਼ਰੂਰ ਅਰਪਿਤ ਕਰਿਆ ਜੇ। ਉਹ ਕਮੈਂਟਸ ਹੋਣ ਜਿਹੜੇ ਸਾਰੇ ਵਿਸ਼ਵ ਦੇ ਜਿੱਥੇ ਵੀ ਜਿਹੜੇ ਮੁਲਕ ਵਿੱਚ ਤੁਸੀਂ ਰਹਿ ਰਹੇ ਹੋ, ਜੋ ਕੰਮ ਉੱਥੇ ਕਰ ਸਕਦੇ ਹੋ, ਜੋ ਕਾਨੂੰਨ ਉੱਥੋਂ ਦੇ ਸੰਵਿਧਾਨ ਤੁਹਾਨੂੰ ਇਜਾਜ਼ਤ ਦਿੰਦੇ ਨੇ, ਉਹੀ ਪ੍ਰੋਪਰਟੀ ਸਾਨੂੰ ਸਮਝਾਇਆ ਜੇ, ਦੂਜੀ ਨਹੀਂ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।